ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਅਸਨ ਅਜਬ ਮੰਦਰ ਥਿਰੇ ਸਤਿਗੁਰ ਜਿਸ ਕਾਲਾ। ਮਰਵਾਹੀ ਅਰ ਨਾਨਕੀ ਟਿਕ ਸੇਵ ਬਿਸਾਲਾ। ਬੂਝਤ ਭੀਰਨ ਬਾਰਤਾ ਕਿਮ ਬਦਿਓ ਬਖੇਰਾ। ਜਿਸ ਤੇ ਲਸ਼ਕਰ ਸ਼ਾਹ ਕੋ ਚੜ ਆਏ ਬਡੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਆਪਣੀਆਂ ਮਨ ਬਿਰਤੀਆਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਨਾਲ ਜੁੜ ਜਾਈਏ। ਜਿਸ ਸਮੇਂ ਸਤਿਗੁਰੂ ਜੀ ਮਹਾਰਾਜ ਦਾ ਜੰਗ ਜਿੱਤ ਕੇ ਮਾਲਵੇ ਦੀ ਧਰਤੀ ਤੋਂ ਦੁਆਬੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਹਨ, ਤਾਂ ਜਲੰਧਰ ਦੀਆਂ ਕਰਤਾਰਪੁਰ ਇਲਾਕੇ ਦੀਆਂ ਸੰਗਤਾਂ ਨੇ ਰਜ ਰਜ ਕੇ ਦਰਸ਼ਨ ਕੀਤੇ ਹਨ। ਗੁਰੂ ਕੇ ਦੀਵਾਨ ਸਜੇ ਹਨ। ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਜੰਗ ਦੀ ਵਾਰਤਾ ਪੁੱਛੀ ਹੈ। ਸਾਰਿਆਂ ਨੂੰ ਸਤਿਗੁਰੂ ਜੀ ਨੇ ਚੜ੍ਹਦੀ ਕਲਾ ਵਿੱਚ ਰਹਿਣ ਦਾ, ਨਾਮ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਰਾਤਰੀ ਸਮੇਂ ਜਦੋਂ ਪ੍ਰਸ਼ਾਦਾ ਛਕ ਕੇ ਆਪਣੇ ਮਹਿਲਾਂ ਵਿੱਚ ਬੈਠੇ ਹਨ, ਮਾਤਾ ਨਾਨਕੀ ਜੀ ਤੇ ਮਾਤਾ ਮਰਵਾਈ ਜੀ ਪੁੱਛ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਦੀ ਵਾਰਤਾ ਦੱਸਦੇ ਹਨ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਆਰੰਭ ਹੋ ਰਹੀ ਹੈ। ਇਥੋਂ ਕਥਾ ਦਾ ਆਨੰਦ ਮਾਣੀਏ। ਪਿਆਰ ਸਹਿਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਨ ਅਚਪ ਮੰਦਰ ਥਿਰੇ ਸਤਿਗੁਰ ਜਿਸ ਕਾਲਾ। ਪ੍ਰਸ਼ਾਦਾ ਛਕ ਕੇ ਸਤਿਗੁਰੂ ਜਦੋਂ ਆਪਣੇ ਮਹਿਲਾਂ ਵਿੱਚ ਪਲੰਘ ਤੇ ਬਿਰਾਜੇ ਹਨ, ਮਰਵਾਹੀ ਅਰ ਨਾਨਕੀ ਟਿਕ ਸੇਵ ਬਿਸਾਲਾ। ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਸੇਵਾ ਕਰ ਰਹੇ ਹਨ, ਚਰਨਾਂ 'ਚ ਬੈਠੇ ਹਨ। ਉਜਤ ਪੀਰਨ ਬਾਰਤਾ ਕਿਮ ਬਦਿਓ ਬਖੇਰਾ। ਔਰ ਮਾਤਾ ਮਾਂ ਦੇਵੀ ਜੀ ਤੇ ਮਾਤਾ ਨਾਨਕੀ ਜੀ ਪੁੱਛਦੇ ਹਨ, ਸੱਚੇ ਪਾਤਸ਼ਾਹ ਜੀ ਇਹ ਬਖੇੜਾ ਕਿਵੇਂ ਵਧਿਆ, ਐਡਾ ਵੱਡਾ ਜੰਗ ਕਿਵੇਂ ਹੋਇਆ ਹੈ। ਜਿਸ ਤੇ ਲਸ਼ਕਰ ਸ਼ਾਹ ਕੋ ਚੜ ਆਏ ਬਡੇਰਾ। ਐਨੀ ਫੌਜ ਬਾਦਸ਼ਾਹ ਦੀ ਚੜ ਕੇ ਆਈ, 35,000 ਫੌਜ ਆਈ। ਇਹਦੇ ਆਉਣ ਦਾ ਕਾਰਨ ਕੀ ਸੀ, ਇਤਨੀ ਫੌਜ ਕਿਉਂ ਆਈ ਹੈ। ਸੁਨ ਗੁਰ ਉਚਰ ਪ੍ਰਸੰਗ ਸਭ ਤਿਨ ਕੋ ਸਮਝਾਵਾ। ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਤੇ ਮਾਤਾ ਮਾਂ ਦੇਵੀ ਜੀ ਨੂੰ ਸਮਝਾਉਂਦੇ ਹਨ। ਸਤਿਗੁਰੂ ਜੀ ਵਾਰਤਾ ਸਾਰੀ ਦੱਸਦੇ ਹਨ। ਵਿਧੀ ਚੰਦ ਬੁੱਧਵਾਨ ਵੱਡ ਹੈ ਤਹ ਤੇ ਲਿਆਵਾ। ਕਿ ਸਾਡਾ ਸੂਰਬੀਰ ਯੋਧਾ ਭਾਈ ਵਿਧੀ ਚੰਦ ਮਹਾਨ ਬੁੱਧੀਮਾਨ ਹੈ। ਇਹ ਬਾਦਸ਼ਾਹ ਦੇ ਕਿਲੇ ਵਿੱਚੋਂ ਘੋੜੇ ਕੱਢ ਕੇ ਲਿਆਇਆ, ਗੁਲਬਾਗ ਤੇ ਦਿਲਬਾਗ। ਸ਼ਾਹ ਜਹਾਂ ਕੇ ਪ੍ਰੇਹ ਤੇ ਰਹਿ ਬਨ ਕਰ ਘਾਸੀ। ਕਹਿੰਦੇ ਬਾਦਸ਼ਾਹ ਇਹਨਾਂ ਘੋੜਿਆਂ ਨੂੰ ਆਪਣੀ ਨਜ਼ਰ ਥੱਲੇ ਰੱਖਦਾ ਸੀ ਔਰ ਬਹੁਤ ਇਹਨਾਂ ਦਾ ਖਿਆਲ ਰੱਖਦਾ ਸੀ। ਘਾਈ ਬਣ ਕੇ ਪਹਿਲਾ ਘੋੜਾ ਵਿਧੀ ਚੰਦ ਲੈ ਆਇਆ। ਘਾਤ ਲਾਏ ਸੇਵਾ ਕਰਤ ਕੇਤਕ ਦਿਨ ਪਾਸੇ। ਭਾਈ ਵਿਧੀ ਚੰਦ ਜੀ ਕੁਝ ਦਿਨ ਕੋਲ ਰਹਿ ਕੇ ਸੇਵਾ ਕਰਦੇ ਰਹੇ, ਆਪਣਾ ਵਿਸ਼ਵਾਸ ਬਣਾਇਆ ਤੇ ਜਦੋਂ ਮੌਕਾ ਬਣਿਆ ਉਦੋਂ ਘੋੜਾ ਕੱਢ ਲਿਆਏ ਕਿਲੇ ਵਿੱਚੋਂ। ਦੁਰਗ ਦੇ ਵਾਰ ਫਦਾਏ ਕਰ ਲੈ ਆਏ ਤੁਰੰਗਾ। ਘੋੜਾ ਲਿਆਉਣ ਵਾਸਤੇ ਭਾਈ ਵਿਧੀ ਚੰਦ ਨੇ ਕਿਲੇ ਦੀ ਕੰਧ ਟਪਾਈ ਤੇ ਰਾਵੀ ਵਿੱਚ ਘੋੜਾ ਸਿੱਟਿਆ ਤੇ ਉਥੋਂ ਪਾਰ ਕਰਕੇ ਸਾਡੇ ਕੋਲ ਪਹੁੰਚ ਗਿਆ। ਪੁਨ ਦੂਸਰ ਕੇ ਹਿਤ ਗਇਓ ਬਹੁ ਚਤੁਰ ਨਿਸ਼ੰਗਾ। ਇਹ ਮਹਾਨ ਯੋਧਾ ਦੂਜਾ ਘੋੜਾ ਲੈਣ ਵਾਸਤੇ ਗਿਆ। ਬਹੁਤ ਹੀ ਚਤੁਰ, ਬਹੁਤ ਹੀ ਹੁਸ਼ਿਆਰ ਸਾਡਾ ਇਹ ਸੂਰਮਾ। ਖੋਜੀ ਬਨ ਸਭ ਦੇਖਤੇ ਦੀਵਾਰ ਫਦਾਇਓ। ਖੋਜੀ ਬਣ ਕੇ, ਜੋਤਸ਼ੀ ਬਣ ਕੇ ਗਿਆ। ਸਭ ਦੇ ਦੇਖਦਿਆਂ ਦੂਜਾ ਘੋੜਾ ਵੀ ਕੰਧ ਟਪਾ ਕੇ ਲੈ ਆਇਆ। ਇਮ ਦੋਨੋਂ ਹੈ ਗਏ ਲੱਖ ਚਿਤ ਸ਼ਾਹੋ ਰਸਾਇਓ। ਇਸ ਤਰ੍ਹਾਂ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਦੋਵੇਂ ਘੋੜੇ ਗੁਰੂ ਕੋਲ ਚਲੇ ਗਏ ਹਨ,
ਗੁਰੂ ਦਾ ਸਿੱਖ ਲੈ ਗਿਆ ਹੈ ਤੇ ਬਾਦਸ਼ਾਹ ਨੂੰ ਬੜਾ ਗੁੱਸਾ ਚੜਿਆ। ਲਸ਼ਕਰ ਭੇਜੋ ਅਧਿਕ ਹੀ ਬੜ ਭਈ ਲੜਾਈ। ਉਹਨੇ ਫਿਰ ਗੁੱਸੇ ਵਿੱਚ 35,000 ਫੌਜ ਲੱਲਾ ਬੇਗ ਨੂੰ ਦੇ ਕੇ ਭੇਜੀ, ਘੋੜੇ ਵੀ ਵਾਪਸ ਲਿਆਓ ਤੇ ਗੁਰੂ ਨੂੰ ਵੀ ਗ੍ਰਿਫਤਾਰ ਕਰਕੇ ਲਿਆਓ। ਉਸ ਕਰਕੇ ਇਹ ਮਹਾਰਾਜ ਦੀ ਧਰਤੀ ਤੇ ਮਾਲਵੇ ਦੀ ਧਰਤੀ ਤੇ ਜੰਗ ਹੋਇਆ ਹੈ। ਤੁਰਕਾਨਾ ਬਹੁ ਖੱਪ ਗਇਓ ਹੋਇਆ ਕੈ ਸਮਹਾਈ। ਤੁਰਕਾਂ ਨਾਲ ਯੁੱਧ ਹੋਇਆ ਬੜਾ ਕਮਸਾਨ ਦਾ, ਬਹੁਤ ਤੁਰਕ ਮਾਰੇ ਗਏ ਹਨ। ਸੁਣ ਬਿਸਮਾਨੀ ਨਾਨਕੇ ਅਸ ਚੋਰ ਬਿਸਾਲਾ। ਮਾਤਾ ਨਾਨਕੀ ਜੀ ਇਹ ਸੁਣ ਕੇ ਬੜੇ ਹੈਰਾਨ ਹੋਏ, ਕਹਿੰਦੇ ਬੜਾ ਆਸ਼ਚਰਜ ਕੌਤਕ ਕੀਤਾ ਬਿਧੀ ਚੰਦ ਨੇ, ਇਹੋ ਜਿਹਾ ਕੰਮ ਕੋਈ ਕਰ ਨਹੀਂ ਸਕਦਾ। ਇੰਨੀ ਚਲਾਕੀ ਨਾਲ ਬਾਦਸ਼ਾਹ ਦੇ ਘੋੜੇ ਕੱਢ ਕੇ ਲਿਆਉਣੇ ਇਹ ਕੋਈ ਸੌਖਾ ਕੰਮ ਨਹੀਂ ਹੈ। ਸੁਣਿਓ ਬਿਲੋਕਿਓ ਕਥ ਨਹੀਂ ਕੈ ਕਰਮ ਕਰਾਲਾ। ਕਹਿੰਦੇ ਇਹੋ ਜਿਹਾ ਕੰਮ ਔਖਾ ਕਠਿਨ ਕੰਮ ਨਾ ਕਿਤੇ ਸੁਣਿਆ ਦੁਨੀਆ ਵਿੱਚ, ਨਾ ਕਿਤੇ ਦੇਖਿਆ ਹੈ। ਇਹਦੀ ਹੋਰ ਕੋਈ ਮਿਸਾਲ ਮਿਲਦੀ ਨਹੀਂ ਜੋ ਬਿਧੀ ਚੰਦ ਨੇ ਕਾਰਾ ਕੀਤਾ ਹੈ। ਸ਼ਾਹੋ ਹਈਨ ਨਰਗਨ ਪ੍ਰਖਤ ਰਾਖੇ ਸੰਵਿਧਾਨਾ। ਬਾਦਸ਼ਾਹ ਦੇ ਘੋੜੇ ਉਹ ਵੀ ਬਹੁਤ ਜ਼ਿਆਦਾ ਖਾਸ ਤਬੇਲੇ ਦੇ ਘੋੜੇ, ਜਿਨ੍ਹਾਂ ਉੱਤੇ ਹਰ ਵੇਲੇ ਨਜ਼ਰ ਰਹਿੰਦੀ। ਬਾਦਸ਼ਾਹ ਵੀ ਜਿਨ੍ਹਾਂ ਨੂੰ ਹਰ ਵੇਲੇ ਸਾਹਮਣ ਬੁਰਜ ਤੋਂ ਦੇਖਦਾ ਰਹਿੰਦਾ ਸੀ। ਇਹੋ ਜਿਹੀ ਥਾਂ ਤੇ ਘੋੜੇ ਬੰਨੇ ਸਨ ਬਾਦਸ਼ਾਹ ਦੇ ਕਿ ਬਾਦਸ਼ਾਹ ਜਦੋਂ ਵੀ ਤਾਕੀ ਚੋਂ ਬਾਹਰ ਝਾਤ ਮਾਰੇ ਤੇ ਘੋੜੇ ਸਾਹਮਣੇ ਦਿਸ ਜਾਣ। ਤੋ ਜਿਹਨੂੰ ਬਾਦਸ਼ਾਹ ਆਪਣੀ ਨਜ਼ਰ ਤੋਂ ਓਹਲੇ ਨਹੀਂ ਸੀ ਕਰਦਾ, ਉਹਨਾਂ ਘੋੜਿਆਂ ਤੇ ਤਕੜਾਈ ਹੋਰ ਕਿੰਨੀ ਹੋਵੇਗੀ, ਕਿੰਨਾ ਸਖਤ ਪਹਿਰਾ ਹੋਵੇਗਾ, ਕਿੰਨੀ ਚੌਕਸਾਈ ਸੀ। ਉਥੋਂ ਘੋੜੇ ਕੱਢ ਕੇ ਲੈ ਆਇਆ ਬਿਧੀ ਚੰਦ। ਇਹ ਕੋਈ ਸੌਖਾ ਕੰਮ ਨਹੀਂ ਹੈ। ਸਭ ਕੋ ਛਲ ਕਰ ਪੁਰੀ ਤੇ ਲੈ ਆਏ ਕਾਨਾ। ਸਾਰਿਆਂ ਤੋਂ ਛਲ ਕਰਕੇ ਬੜੀ ਜੁਗਤੀ ਨਾਲ ਘੋੜੇ ਕੱਢ ਕੇ ਲਿਆਂਦੇ। ਪਹਿਲਾ ਘਾਈ ਬਣ ਕੇ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਿਆਂਦਾ ਹੈ। ਦੂਜੀ ਵਾਰੀ ਤੁਰਕਾਂ ਨੂੰ ਪਛਾਣ ਨਹੀਂ ਆਈ ਵੀ ਉਹੀ ਕਸੇਰਾ ਜਿਹੜਾ ਪਹਿਲਾਂ ਘਾਹ ਖੁਰਚ ਕੇ ਘੋੜੇ ਨੂੰ ਪਾਉਂਦਾ ਸੀ ਤੇ ਘੋੜਾ ਲੈ ਗਿਆ, ਇਹ ਦੂਜੀ ਵਾਰੀ ਉਹੀ ਆ ਗਿਆ। ਇੰਨੀ ਫੁਰਤੀ ਕੀਤੀ ਹੈ, ਇੰਨੀ ਚਤੁਰਾਈ ਨਾਲ ਲਿਆਂਦਾ ਹੈ ਘੋੜਾ ਦੂਸਰਾ ਕੱਢ ਕੇ। ਲੋਕ ਹਜ਼ਾਰਾਂ ਬੀਜ ਤੇ ਕਾਰਜ ਕਰੇ ਆਵਾ। ਹਜ਼ਾਰਾਂ ਲੋਕਾਂ ਵਿੱਚ ਰਹਿ ਕੇ ਉੱਥੋਂ ਕੰਮ ਕਰਕੇ ਆਉਣਾ। ਦੋਵੇਂ ਘੋੜੇ ਬੜੀ ਫੁਰਤੀ ਨਾਲ, ਬੜੀ ਸਫਾਈ ਨਾਲ ਲੈ ਆਉਣੇ। ਇਹ ਵਾਕਿਆ ਹੀ ਬੜਾ ਆਸ਼ਚਰਜ ਅਨੋਖਾ ਹੀ ਕੰਮ ਹੈ। ਅਜੀਬੋ ਗਰੀਬ ਇਹ ਕੌਤਕ ਹੈ ਜਿਹੜਾ ਬਿਧੀ ਚੰਦ ਨੇ ਕੀਤਾ ਹੈ। ਕਰ ਚੋਰੀ ਪੁਨ ਟਿਕ ਗਇਓ ਨਾਹਿ ਡਰ ਪਾਵਾ। ਜਿੱਥੋਂ ਘੋੜਾ ਕੱਢ ਕੇ ਲਿਆਂਦਾ ਚੋਰੀ ਕੀਤੀ ਹੋਵੇ, ਦੁਬਾਰਾ ਫਿਰ ਉੱਥੇ ਹੀ ਜਾਣਾ, ਫਿਰ ਡਰਨਾ ਨਹੀਂ। ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਦੇ ਵਿੱਚ ਖਲੋਣਾ, ਜੋਤਸ਼ੀ ਬਣ ਕੇ ਗੱਲਾਂ ਬਾਤਾਂ ਕਰਨੀਆਂ, ਫਿਰ ਘੋੜੇ ਤੇ ਕਾਠੀ ਪਵਾਉਣੀ, ਫਿਰ ਬਾਦਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਹੀ ਘੋੜਾ ਲੈ ਕੇ ਜਾਣਾ। ਇਹ ਕੋਈ ਸੌਖਾ ਕੰਮ ਨਹੀਂ ਹੈ। ਸੁਨ ਕਰ ਸ੍ਰੀ ਸਤਿਗੁਰ ਕਹਿਓ ਬਲ ਬੁੱਧ ਬਡੇਰਾ। ਮਾਤਾ ਨਾਨਕੀ ਜੀ ਦੇ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਨਾਨਕੀ ਜੀ ਇਹਨੂੰ ਪ੍ਰਮਾਤਮਾ ਗੁਰੂ ਨਾਨਕ ਨੇ ਬੁੱਧੀ ਦਾ ਬਲ ਬਹੁਤ ਦਿੱਤਾ ਹੈ। ਵਾਹਿਗੁਰੂ ਪਰਮੇਸ਼ਰ ਨੇ ਵੱਖਰੀਆਂ ਵੱਖਰੀਆਂ ਦਾਤਾਂ ਦਿੱਤੀਆਂ ਨੇ। ਕਿਸੇ ਨੂੰ ਸਰੀਰਕ ਬਲ ਦਿੱਤਾ ਹੁੰਦਾ, ਕਿਸੇ ਨੂੰ ਵਿਦਿਅਕ ਬਲ ਦਿੱਤਾ ਹੁੰਦਾ, ਕਿਸੇ ਨੂੰ ਬੁੱਧੀ ਬਲ ਦਿੱਤਾ ਹੁੰਦਾ। ਕਈ ਬੰਦੇ ਬਿਲਕੁਲ ਅਨਪੜ੍ਹ ਹੁੰਦੇ ਹੈ, ਪੜ੍ਹੇ ਲਿਖੇ ਨਹੀਂ ਹੁੰਦੇ, ਅੱਖਰ ਨਹੀਂ ਆਉਂਦਾ ਉਹਨਾਂ ਨੂੰ, ਪਰ ਉਹ ਜਜਮੈਂਟ ਨਹੀਂ ਹੋਣ ਦਿੰਦੇ ਵੀ ਅਸੀਂ ਅਨਪੜ੍ਹ ਹਾਂ। ਪਤਾ ਨਹੀਂ ਲੱਗ ਸਕਦਾ ਵੀ ਕਿਸੇ ਨੂੰ ਵੀ ਇਹ ਬੰਦਾ ਅਨਪੜ੍ਹ ਹੈ, ਇਹਨੂੰ ਪਤਾ ਨਹੀਂ, ਸਭ ਪਤਾ ਹੁੰਦਾ। ਇਹ ਵਾਹਿਗੁਰੂ ਦੀਆਂ ਖੇਡਾਂ। ਬਾਬਾ ਬਿਧੀ ਚੰਦ ਜੀ ਵੀ ਇਹੋ ਜਿਹੇ ਹਨ ਵੀ ਇਹਨਾਂ ਨੂੰ ਮਹਾਰਾਜ ਨੇ ਨਾਲੇ ਤਾਂ ਸਾਰੀ ਵਿੱਦਿਆ ਦਿੱਤੀ। ਭਾਈ ਸਾਹਿਬ ਜੀ ਬਹੁਤ ਸੋਹਣੇ ਲਿਖਾਰੀ ਵੀ ਸਨ। ਭਾਈ ਬਿਧੀ ਚੰਦ ਸਾਹਿਬ ਜੀ ਦੇ ਹੱਥ ਦਾ ਲਿਖਿਆ ਹੋਇਆ ਬਿਲਾਵਲ ਰਾਗ ਤੱਕ ਸਤਿਗੁਰਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਜ ਵੀ ਪਿੰਡ ਸੁਰ ਸਿੰਘ ਬਾਬਾ ਦਇਆ ਸਿੰਘ ਸਾਹਿਬ ਜੀ, ਬਾਬਾ ਅਵਤਾਰ ਸਿੰਘ ਜੀ ਦੇ ਕੋਲ ਹੈ। ਸੰਗਤਾਂ ਜਾ ਕੇ ਦਰਸ਼ਨ ਦੀਦਾਰ ਮੇਲੇ ਕਰਦੀਆਂ ਨੇ। ਦਾਸ ਨੇ ਵੀ 2 ਵਾਰੀ ਉਸ ਸਰੂਪ ਦੇ ਦਰਸ਼ਨ ਕੀਤੇ। ਬਹੁਤ ਹੀ ਸੋਹਣੀ ਲਿਖਾਈ ਹੈ ਭਾਈ ਬਿਧੀ ਚੰਦ ਜੀ। ਗੁਰਬਾਣੀ ਦੇ ਰਸੀਏ ਵੀ ਸਨ। ਸ਼ਸਤਰ ਵਿਦਿਆ ਵਿੱਚ ਵੀ ਬੜੇ ਮਾਹਰ, ਘੋੜ ਸਵਾਰਾਂ ਚੋਂ ਸ਼ਾਹ ਸਵਾਰ, ਜੰਗਜੂ ਯੋਧੇ, ਜਰਨੈਲ, ਗੁਰੂ ਦੀਆਂ ਫੌਜਾਂ ਦੇ, ਗੁਰੂ ਘਰ ਦੇ ਨਿਸ਼ਕਾਮ ਸੇਵਕ।
ਔਰ ਗੁਰੂ ਨਾਲ ਭਗਤੀ ਭਾਵਨਾ ਵਾਲਾ ਸੰਬੰਧ, ਪਿਆਰ, ਵੀ ਸਤਿਗੁਰੂ ਤੋਂ ਆਪਣੀ ਜਾਨ ਵੀ ਵਾਰ ਦੇਣੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ। ਇਹ ਜਿਹੜੀ ਅਵਸਥਾ ਗੁਰਸਿੱਖਾਂ ਦੀ ਮਹਾਰਾਜ ਨੇ ਬਾਣੀ 'ਚ ਦੱਸੀ ਹੈ, ਭਾਈ ਬਿਧੀ ਚੰਦ ਜੀ ਉਹ ਸਾਰੀਆਂ ਗੱਲਾਂ 'ਚ ਪੂਰੇ ਸਨ। ਇਸ ਕਰਕੇ ਮਾਤਾ ਨਾਨਕੀ ਜੀ ਦੇ ਬਚਨ ਸੁਣ ਕੇ ਛੇਵੇਂ ਪਾਤਸ਼ਾਹ ਕਹਿੰਦੇ ਹੈ ਵੀ ਬਿਧੀ ਚੰਦ ਨੂੰ ਮਹਾਰਾਜ ਦੇ ਘਰ ਤੋਂ ਬੜੀਆਂ ਖੁਸ਼ੀਆਂ ਮਿਲੀਆਂ ਹਨ। ਤਿਸ ਕੇ ਸਮਕੋ ਜਗਤ ਮਹਿ ਹਮ ਦੁਤੀ ਨਹੇਰਾ। ਮਹਾਰਾਜ ਵੀ ਕਹਿੰਦੇ ਨਾਨਕੀ ਜੀ, ਇਹਦੇ ਵਰਗਾ ਸੂਰਮਾ ਦੂਜਾ ਅਸੀਂ ਨਹੀਂ ਦੇਖਿਆ ਜਗਤ ਵਿੱਚ। ਇਹਦੇ ਵਰਗਾ ਕੋਈ ਬਲੀ, ਇਹਦੇ ਵਰਗਾ ਕੋਈ ਦਲੇਰ, ਇਹਦੇ ਵਰਗਾ ਕੋਈ ਹੌਸਲੇ ਵਾਲਾ, ਇਤਨਾ ਚਤੁਰ, ਵੈਰੀ ਨੂੰ ਦਿਨੇ ਤਾਰੇ ਦਿਖਾਤੇ। ਬਾਦਸ਼ਾਹ ਨੂੰ, ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਆਪਣੇ ਆਪ ਨੂੰ ਬੜਾ ਚਤੁਰ ਚਲਾਕ ਸਮਝਦਾ, ਸ਼ਾਹਜਹਾਨ ਬਾਦਸ਼ਾਹ, ਉਹਦੀ ਨੱਕ ਵੱਢ ਕੇ ਲੈਣ ਦੇ ਘੋੜੇ ਕੱਢ ਕੇ, ਇਹ ਕੋਈ ਸੌਖਾ ਕੰਮ ਨਹੀਂ ਹੈ। ਇਹ ਸੂਰਮਾ ਹੀ ਕਰ ਸਕਦਾ ਹੈ। ਚੋਰੀ ਕਰਬੇ ਚਾਤਰੀ ਐਸੇ ਉਪਜਾਵੇ। ਮਹਾਰਾਜ ਕਹਿੰਦੇ ਚੋਰੀ ਕਰਨ ਵਿੱਚ ਚਲਾਕੀ ਇਹਦੇ ਜਿੰਨੀ ਕੋਈ ਨਹੀਂ। ਇਹ ਭਾਈ ਬਿਧੀ ਚੰਦ ਸਾਹਿਬ ਜੀ ਸਰਾਲੀ ਇਹਨਾਂ ਦੇ ਨਾਨਕੇ ਸਨ, ਤੇ ਸਾਧ ਸੰਗਤ ਜੀ ਇਹਨਾਂ ਦਾ ਪਿੰਡ ਛੀਨਾ, ਤੇ ਬਾਅਦ ਵਿੱਚ ਸੁਰ ਸਿੰਘ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਹਨਾਂ ਦੇ, ਜਦੋਂ ਭਾਈ ਭਾਗਮਲ ਜੀ ਇਹ ਸੁਰ ਸਿੰਘ ਦੇ ਸਨ, ਭਾਈ ਚੌਧਰੀ ਭਾਗਮਲ ਜੀ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਪਹਿਲਾਂ ਸਤਿਗੁਰੂ ਜੀ ਕਹਿੰਦੇ ਆ ਵੀ ਇੱਥੇ ਜਿੱਥੇ ਸੁਰ ਸਿੰਘ ਪਿੰਡ ਹੈ, ਇੱਥੇ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਥੇ ਸਰੋਵਰ ਬਣਾਉਣਾ ਚਾਹੁੰਦੇ ਸਨ, ਵੱਡਾ ਨਗਰ ਬਣਾਉਣਾ ਚਾਹੁੰਦੇ ਸਨ। ਪਰ ਪਿੰਡ ਵਾਲਿਆਂ ਨੇ ਇਹ ਸੋਚਿਆ ਵੀ ਇੱਥੇ ਗੁਰੂ ਜੀ ਨਗਰ ਵਸਾਣਗੇ, ਸਰੋਵਰ ਬਣਾਉਣਗੇ, ਇੱਥੇ ਮੇਲਾ ਲੱਗਿਆ ਕਰੇਗਾ, ਸਾਡੀਆਂ ਖੇਤੀਆਂ ਦਾ ਨੁਕਸਾਨ ਹੋਇਆ ਕਰੇਗਾ। ਮੇਲੇ ਤੇ ਲੋਕ ਆਉਂਦੇ ਨੇ ਆਲੇ ਦੁਆਲੇ, ਤੇ ਉਹ ਫਿਰ ਖੇਤਾਂ ਦਾ ਬਹੁਤ ਨੁਕਸਾਨ ਕਰ ਜਾਂਦੇ। ਇੱਥੇ ਮਹਾਰਾਜ ਨੂੰ ਟਾਲਾ ਕਰ ਗਏ, ਤੇ ਸਤਿਗੁਰੂ ਜੀ ਉੱਥੋਂ ਚੱਲ ਕੇ ਤਰਨ ਤਾਰਨ ਸਾਹਿਬ ਵਾਲੀ ਜਗ੍ਹਾ ਆ ਕੇ ਭਾਗ ਲਾਏ। ਫਿਰ ਤਰਨ ਤਾਰਨ ਸਾਹਿਬ ਵਸਾਤਾ। 1,57,000 ਰੁਪਏ ਦੀ ਜ਼ਮੀਨ 2-3 ਪਿੰਡਾਂ ਦੀ, ਇਹ ਪਲਾਸੂਰ ਆਦਿਕ ਪਿੰਡ ਜਿਹੜੇ ਸਨ ਉਹ ਵਿੱਚ ਆ ਗਏ। ਨਾਲੇ ਉਹਨਾਂ ਪਿੰਡਾਂ ਦਾ ਝਗੜਾ ਸੀ ਉਹ ਵੀ ਮਿਟਾ ਦਿੱਤਾ, ਤੇ ਉੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ੍ਰੀ ਤਰਨ ਤਾਰਨ ਸਾਹਿਬ ਵਸਾ ਦਿੱਤਾ। ਫਿਰ ਭਾਈ ਭਾਗਮਲ ਜੀ ਨੂੰ ਪਤਾ ਲੱਗਾ, ਉਹਨਾਂ ਨੇ ਸਤਿਗੁਰੂ ਜੀ ਨੂੰ ਇਹ ਜ਼ਮੀਨਾਂ ਸਾਰੀਆਂ, ਸੁਰ ਸਿੰਘ ਦੀ ਕੋਈ ਇਤਿਹਾਸ 'ਚ ਲਿਖਦੇ ਆ ਵੀ 250 ਮੁਰੱਬਾ ਜਾਂ 250 ਕਿੱਲਾ ਇਸ ਤਰ੍ਹਾਂ ਕੋਈ ਜ਼ਮੀਨ ਸੀ, ਉਹ ਦਿੱਤੀ, ਭੇਟਾ ਕੀਤੀ। ਸੋ ਕਾਫੀ ਵੱਡੀ ਜ਼ਮੀਨ ਮਹਾਰਾਜ ਨੂੰ ਭੇਟਾ ਕੀਤੀ। ਤੇ ਮਹਾਰਾਜ ਨੇ ਉਹ ਫਿਰ ਛੇਵੇਂ ਪਾਤਸ਼ਾਹ ਦੇ ਸਮੇਂ ਬਾਬਾ ਬਿਧੀ ਚੰਦ ਜੀ ਨੂੰ ਉੱਥੋਂ ਦਾ ਪਹਿਰਾ ਸੰਭਾਲ ਦਿੱਤਾ ਵੀ ਤੁਸੀਂ ਉੱਥੇ ਚਲੇ ਜਾਓ। ਤੋ ਉੱਥੋਂ ਅੱਜ ਤੱਕ ਉਹਨਾਂ ਦੀ ਅੰਸ਼ ਬੰਸ ਬਾਬਾ ਅਵਤਾਰ ਸਿੰਘ ਜੀ ਹੁਣ 12ਵੀਂ ਥਾਂ ਤੇ ਹਨ। ਉਹਨਾਂ ਦੀ ਉਹ ਗੱਦੀ ਚਲੀ ਆਉਂਦੀ ਅੰਸ਼ ਬੰਸ ਪਰਿਵਾਰ, ਕਿਉਂਕਿ ਬਾਬਾ ਬਿਧੀ ਚੰਦ ਜੀ ਗ੍ਰਸਤੀ ਸਨ। ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਭੰਗਾਣੀ ਦੇ ਜੰਗ ਵਿੱਚ 10ਵੇਂ ਪਾਤਸ਼ਾਹ ਜੀ ਦੇ ਨਾਲ ਸੇਵਾ ਨਿਭਾਈ, ਤੇ ਸਤਿਗੁਰੂ ਜੀ ਨੇ ਆਪਣੇ ਕਮਰ ਕਸੇ ਚੋਂ ਤਲਵਾਰ ਇੱਕ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ ਕੀਤੀ ਸੀ, ਜਿਹੜੀ ਅੱਜ ਵੀ ਉਹਨਾਂ ਦੇ ਪਰਿਵਾਰ ਵਿੱਚ ਸਾਂਭੀ ਹੋਈ ਹੈ। ਸੋ ਇਸ ਤਰ੍ਹਾਂ ਆਪ ਜੀ ਸਰਾਲੀ ਨਾਨਕਿਆਂ ਤੋਂ ਇੱਕ ਵਾਰੀ ਮੱਝਾਂ ਖੋਲ ਕੇ ਤੁਰੇ ਸਨ, ਤੇ ਪਿੱਛੇ ਪਿੰਡ ਵਾਲੇ ਲੱਗ ਪਏ, ਪਿੰਡ ਦੀ ਵਾਰ ਪੈ ਗਈ, ਤੇ ਉੱਥੇ ਨੇੜੇ ਹੀ ਹੁਣ ਤਾਂ ਗੁਰੂ ਘਰ ਬਹੁਤ ਸੋਹਣਾ ਬਣ ਗਿਆ ਸਥਾਨ, ਸਰੋਵਰ ਵੀ ਪੱਕਾ ਹੈ। ਕੱਚਾ ਸਰੋਵਰ ਸੀ, ਉਹਦੇ ਕੰਢੇ ਤੇ ਬਾਬਾ ਅਦਲੀ ਸਾਹਿਬ ਬ੍ਰਹਮ ਗਿਆਨੀ ਇੱਕ ਮਹਾਂਪੁਰਸ਼ ਬੈਠੇ ਗੁਰਬਾਣੀ ਦਾ ਅਭਿਆਸ ਕਰਿਆ ਕਰਦੇ ਸਨ। ਉਹਨਾਂ ਮਹਾਂਪੁਰਸ਼ਾਂ ਕੋਲ ਆਏ ਭਾਈ ਬਿਧੀ ਚੰਦ ਜੀ, ਕਹਿੰਦੇ ਬਾਬਾ ਜੀ ਮੇਰੇ ਪਿੱਛੇ ਪਿੰਡ ਦੀ ਵਾਰ ਲੱਗ ਗਈ ਹੈ, ਇਹ ਹੁਣ ਮੈਨੂੰ ਮਾਰ ਦੇਣਗੇ, ਤੁਸੀਂ ਜੇ ਕਿਰਪਾ ਕਰੋ ਤੇ ਮੈਨੂੰ ਬਚਾ ਸਕਦੇ ਹੋ ਤੇ ਬਚਾ ਲਓ। ਬਾਬਾ ਅਦਲੀ ਜੀ ਨੇ ਇਸ਼ਾਰਾ ਕੀਤਾ ਵੀ ਸਾਡੇ ਕੋਲ ਬਹਿ ਜਾਓ ਤੇ ਮੱਝਾਂ ਖੇਤ ਇਹਦੇ 'ਚ ਛੱਪੜ ਵਿੱਚ ਵਾੜ ਦਿਓ, ਸਰੋਵਰ ਵਿੱਚ। ਉਹ ਤਲਾਬ 'ਚ ਮੱਝਾਂ ਵਾੜ ਦਿੱਤੀਆਂ ਤੇ ਆਪ ਕੋਲ ਬੈਠੇ ਨੇ। ਜਦੋਂ ਪਿੰਡ ਵਾਲੇ ਆਏ, ਕਹਿੰਦੇ ਬਾਬਾ ਜੀ ਤੁਸੀਂ ਕੋਈ ਚੋਰ ਤਾਂ ਨਹੀਂ ਵੇਖਿਆ ਸਾਡੀਆਂ ਮੱਝਾਂ ਲੈ ਕੇ ਆਏ? ਮਹਾਂਪੁਰਸ਼ ਕਹਿੰਦੇ ਭਾਈ ਜੋ ਕੁਝ ਤੁਹਾਡੇ ਸਾਹਮਣੇ ਹੈ ਦੇਖ ਲਓ, ਝੂਠ ਨਹੀਂ ਬੋਲਿਆ, ਕੋਈ ਪਰਦਾ ਨਹੀਂ ਕੀਤਾ, ਜੋ ਕੁਝ ਹੈ ਭਾਈ ਤੁਹਾਡੇ ਸਾਹਮਣੇ ਹੈ, ਦੇਖ ਲਓ, ਪਛਾਣ ਲਓ। ਉਹਨਾਂ ਨੂੰ ਮੱਝਾਂ ਦੀ ਪਛਾਣ ਹੀ ਨਹੀਂ ਆਈ ਵੀ ਸਾਡੀਆਂ ਨੇ ਕਿ ਹੋਰ ਨੇ। ਉਹਨਾਂ ਨੂੰ ਇੱਦਾਂ ਲੱਗਾ ਵੀ ਇਹ ਮੱਝਾਂ ਸਾਡੀਆਂ ਨਹੀਂ।
ਵਾਪਸ ਚਲੇ ਗਏ। ਭਾਈ ਸਾਹਿਬ ਚਰਨੀ ਢਾਹ ਕੇ ਕਹਿੰਦੇ ਮੈਨੂੰ ਆਪਣਾ ਸਿੱਖ ਬਣਾ ਲਓ। ਉਹ ਕਹਿੰਦੇ ਅਸੀਂ ਤਾਂ ਸਿੱਖ ਆਪ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਿੱਖ ਬਣਾਉਣ ਵਾਲੇ ਮਹਾਰਾਜ ਪੰਜਵੇਂ ਪਾਤਸ਼ਾਹ, ਉਹਨਾਂ ਕੋਲ ਚੱਲੀਏ। ਭਾਈ ਬਿਧੀ ਚੰਦ ਜੀ ਨੂੰ ਬਾਬਾ ਅਦਲੀ ਜੀ ਪੰਜਮ ਪਾਤਸ਼ਾਹ ਕੋਲ ਲੈ ਆਏ। ਮਹਾਰਾਜ ਨੂੰ ਮੱਥਾ ਟੇਕਿਆ। ਬੜੇ ਸੋਹਣੇ ਲੰਮੇ ਉੱਚੇ ਜਵਾਨ ਸਨ, ਗੱਭਰੂ, 23-24 ਸਾਲ ਦੀ ਉਮਰ, ਮੁੱਛਾਂ ਫੁੱਟਦੀਆਂ, ਦਾੜੀ ਚੜ੍ਹਦੀ ਜਵਾਨੀ ਸੀਗੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਕਹਿੰਦੇ ਕਾਕਾ ਕੰਮ ਕੀ ਕਰਦਾ? ਕਹਿੰਦੇ ਜੀ ਚੋਰੀ ਕਰੀਦੀ ਹੈ। ਸਤਿਗੁਰੂ ਕਹਿੰਦੇ ਚੋਰਾਂ ਨੂੰ ਫਿਰ ਥੋੜ੍ਹਾ ਸਿੱਖ ਬਣਾਈਦਾ, ਚੋਰੀ ਛੱਡ ਦੇ। ਕਹਿੰਦਾ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਸਾਹਮਣੇ ਝੂਠ ਵਾਅਦਾ ਕਰੀਏ ਪਿੱਛੋਂ ਪੁੱਗੇ ਨਾ, ਉਹ ਗੱਲ ਮਾੜੀ ਹੈ। ਚੋਰੀ ਛੱਡਦੇ ਆ, ਮੇਰੇ ਵੱਸ ਨਹੀਂ, ਤੇ ਤੁਸੀਂ ਛਡਾ ਲਓ ਤੇ ਤੁਹਾਡੀ ਮਰਜ਼ੀ, ਮੈਨੂੰ ਆਪਣੇ ਘਰ ਦਾ ਚੋਰ ਸਿੱਖ ਹੀ ਸਮਝ ਲਓ। ਸਤਿਗੁਰੂ ਹੱਸ ਕੇ ਕਹਿਣ ਲੱਗੇ ਸਮਾਂ ਆਵੇਗਾ ਤੇਰੀ ਲੋੜ ਪਵੇਗੀ, ਤੇਰੇ ਤੋਂ ਵੀ ਸੇਵਾ ਲੈਣੀ ਹੈ। ਸੋ ਇਹ ਭਾਈ ਬਿਧੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਬਣ ਗਏ। ਚੋਰੀ ਯਾਰੀ ਠੱਗੀ ਬੇਈਮਾਨੀ ਤਾਂ ਸਿੱਖਾਂ ਕੋਲ ਕਿੱਥੇ ਫਿਰ ਆਉਂਦੀ ਹੈ, ਜਿਹਨੂੰ ਬਾਣੀ ਦੇ ਰੰਗ 'ਚ ਰੰਗੇ ਜਾਂਦੇ ਆ ਨਾ, ਇਹ ਚੀਜ਼ਾਂ ਤੇ ਬੜੀਆਂ ਦੂਰ ਚਲੀ ਜਾਂਦੀਆਂ। ਪਰ ਸਾਧ ਸੰਗਤ ਜੀ ਕਈ ਵਾਰੀ ਪਰਉਪਕਾਰ ਦੇ ਵਾਸਤੇ ਕਈ ਜੁਗਤੀਆਂ ਵਰਤਣੀਆਂ ਪੈਂਦੀ। ਸਾਰੀ ਵਿੱਦਿਆ, ਕੋਈ ਵੀ ਵਿੱਦਿਆ ਨਾ, ਉਹਨੂੰ ਮਾੜੇ ਕੰਮ ਲਈ ਵੀ ਵਰਤਿਆ ਜਾ ਸਕਦਾ, ਉਹਨੂੰ ਚੰਗੇ ਕੰਮ ਲਈ ਵੀ ਵਰਤਿਆ ਜਾ ਸਕਦਾ। ਸੋ ਇਹ ਭਾਈ ਸਾਹਿਬ ਜੀ ਘੋੜੇ ਕੱਢ ਕੇ ਲਿਆਏ, ਜ਼ਾਲਮ ਸਰਕਾਰ ਦੀ ਨੱਕ ਵੱਢੀ, ਕੋਈ ਛੋਟਾ ਕੰਮ ਨਹੀਂ। ਇੱਦਾਂ ਹੀ ਪੱਟੀ ਤੋਂ ਦੁਸ਼ਾਲੇ ਵੀ ਲਿਆਏ ਸਨ। ਹੋਰ ਵੀ ਕਈ ਕਾਰਜ ਭਾਈ ਬਿਧੀ ਚੰਦ ਜੀ ਨੇ ਕੀਤੇ ਹਨ। ਸੋ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਬਹੁਤ ਬੁੱਧੀਮਾਨ ਸਾਡਾ ਯੋਧਾ ਹੈ। ਸੁਣਵੇ ਦੇਖਣ ਹਾਰ ਨਰ ਸਭ ਕੋ ਬਿਸਮਾਵੈ। ਇਹ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਹੈਰਾਨੀ 'ਚ ਪਾ ਦਿੰਦਾ। ਇਹਦੀ ਗੱਲ ਹਰ ਇੱਕ ਹੀ ਨਿਆਰੀ ਹੁੰਦੀ ਹੈ। ਇਹ ਉਹ ਕੰਮ ਕਰ ਦਿੰਦਾ ਜਿਸ ਨੂੰ ਸੁਣ ਸੁਣ ਕੇ ਦੁਨੀਆ ਹੱਕੀ ਬੱਕੀ ਰਹਿ ਜਾਂਦੀ ਹੈ। ਕਰੀ ਪ੍ਰਥਮ ਭੀ ਬਹੁਤ ਹੈ ਹਿਤ ਪਰ ਉਪਕਾਰ। ਇਹਨੇ ਪਹਿਲਾਂ ਵੀ ਲੋਕਾਂ ਦੇ ਭਲੇ ਵਾਸਤੇ ਬੜੇ ਕੰਮ ਕੀਤੇ ਹੈ, ਪਰ ਆਪਣੇ ਵਾਸਤੇ ਨਹੀਂ ਕੀਤੇ। ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਭੂਮੀਏ ਚੋਰ ਨੂੰ ਚੋਰੀ ਛਡਾਈ ਹੈ, ਤੇ ਨਾਲ ਮਹਾਰਾਜ ਨੂੰ ਉਹਨੇ ਕਿਹਾ ਸੀ ਮਹਾਰਾਜ ਮੈਂ ਚੋਰੀ ਛੱਡ ਨਹੀਂ ਸਕਦਾ, ਚੋਰੀ ਮੇਰਾ ਧੰਦਾ ਹੈ, ਚੋਰੀ ਮੇਰਾ ਸੁਭਾਅ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਤਾ, ਕਹਿੰਦੇ ਭਾਈ ਜੇ ਤੂੰ ਚੋਰੀ ਨਹੀਂ ਛੱਡ ਸਕਦਾ ਤਾਂ ਇੱਦਾਂ ਕਰੀ ਵੀ ਇੱਕ ਤਾਂ ਗਰੀਬ ਘਰ 'ਚ, ਮਾੜੇ ਘਰ 'ਚ ਚੋਰੀ ਨਾ ਕਰੀ, ਵੀ ਜਿਹਦੇ ਗਰੀਬ ਦੇ ਘਰ ਵਿਚਾਰੇ ਦੇ ਆਪਣੇ ਖਾਣ ਜੋਗਾ ਆਟਾ ਨਹੀਂ, ਉਹਦੇ ਘਰ ਜਾ ਕੇ ਚੋਰੀ ਕਰ ਲਈਏ, ਉਹਦੇ ਬੱਚੇ ਭੁੱਖੇ ਸੌਣ, ਇਹ ਵੀ ਮਾੜਾ ਕੰਮ ਹੈ। ਗਰੀਬ ਘਰ ਵਿੱਚ, ਮਾੜੇ ਘਰ ਵਿੱਚ ਚੋਰੀ ਨਾ ਕਰੀ। ਦੂਸਰਾ ਝੂਠ ਨਾ ਬੋਲੀ, ਤੇ ਤੀਸਰਾ ਲੂਣ ਖਾ ਕੇ ਹਰਾਮ ਨਾ ਕਰੀ। ਜਨਮ ਸਾਖੀ 'ਚ ਕਥਾ ਹੁੰਦੀ, ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਵਿੱਚ ਲਿਖਿਆ, ਚੋਰ ਗਿਆ ਘਰ ਸਾਧ ਦੇ ਘਰ ਅੰਦਰ ਵੜਿਆ, ਕੁੱਛਾ ਕੁੰਡਾ ਭਾਲਦਾ ਚੌਬਾਰੇ ਚੜਿਆ। ਵਾਰਾਂ ਭਾਈ ਗੁਰਦਾਸ ਜੀ ਕਹਿੰਦੇ ਭੂਮੀਆਂ ਚੋਰ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਲੱਗ ਪਿਆ, ਨਾਮ ਜਪਣ ਲੱਗ ਪਿਆ, ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰੇ, ਬਾਣੀ ਪੜ੍ਹਿਆ ਕਰੇ, ਪਰ ਚੋਰੀ ਦਾ ਸੁਭਾਅ ਜਾਗਦਾ ਹੈ, ਸੰਸਕਾਰ ਹੈ ਨਾ ਅੰਦਰ ਪਿਆ ਹੋਇਆ। ਇਹ ਸੰਸਕਾਰ ਬੜੇ ਪ੍ਰਬਲ ਹੁੰਦੇ, ਗੁਰੂ ਮਿਟਾਵੇ ਤਾਂ ਮਿਟ ਜਾਂਦੇ, ਉੱਦਾਂ ਨਹੀਂ ਮਿਟਦੇ। ਤੇ ਮਹਾਂਪੁਰਸ਼ ਤਰੀਕੇ ਨਾਲ, ਜੁਗਤੀ ਨਾਲ ਮਿਟਾਉਂਦੇ। ਕਹਿੰਦੇ ਜਦੋਂ ਚੋਰੀ ਦਾ ਸੁਭਾਅ ਜਾਗਿਆ ਤੇ ਆਪ ਰਾਜੇ ਦੇ ਘਰ ਚੋਰੀ ਕਰਨਾ। ਇਹ ਸੋਚ ਲਿਆ ਵੀ ਮਾੜੇ ਘਰ ਨਹੀਂ ਜਾਣਾ, ਗੁਰੂ ਨੇ ਕਿਹਾ ਗਰੀਬ ਦੇ ਘਰ ਨਹੀਂ ਚੋਰੀ ਕਰਨੀ, ਗਰੀਬ ਮਾਰ ਨਹੀਂ ਕਰਨੀ। ਤਗੜੇ ਘਰ ਕੋਈ ਫਰਕ ਨਹੀਂ ਪੈਂਦਾ, ਜੇ ਰਾਜੇ ਦੇ ਘਰ 2-4 ਹਜ਼ਾਰ ਦੀ, 10 ਹਜ਼ਾਰ ਦੀ ਚੋਰੀ ਹੋ ਵੀ ਜਾਵੇ, ਰਾਜੇ ਨੂੰ ਨਹੀਂ ਫਰਕ ਪੈਂਦਾ। ਤੇ ਰਾਜੇ ਦੇ ਘਰ ਰਾਤ ਦਾ ਟਾਈਮ 12 ਵਜੇ ਹੋਏ, ਰਾਤ ਦੇ ਭੂਮੀਆਂ ਚੋਰ ਗਿਆ ਤੇ ਅੱਗੇ ਹਨੇਰੀ ਗਲੀ ਸੀਗੀ, ਕੁਝ ਪਹਿਰੇਦਾਰਾਂ ਨੇ ਰੋਕ ਲਿਆ, ਕਿੱਥੇ ਚੱਲਿਆ ਬਈ, ਕੌਣ ਹੈ ਤੂੰ? ਕਹਿੰਦੇ ਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਤੇ ਕਹਿੰਦਾ ਮੈਂ ਚੋਰ ਹਾਂ, ਚੋਰੀ ਕਰਨ ਆਇਆ। ਉਹ ਕਹਿੰਦੇ ਚੋਰ ਬੰਦਾ ਹੋਵੇ ਤੇ ਕਦੀ ਕਹਿੰਦਾ ਨਹੀਂ ਮੈਂ ਚੋਰ ਹਾਂ। ਇਹ ਕੋਈ ਰਾਜੇ ਦਾ ਰਿਸ਼ਤੇਦਾਰ, ਕੋਈ ਖਾਸ ਬੰਦਾ ਅੰਦਰ ਚੱਲਿਆ,
ਇਹਨੂੰ ਆਪਾਂ ਰੋਕ ਕੇ ਕਿਤੇ ਮੁਸੀਬਤ ਨਾ ਗਲ ਪਾ ਲਈਏ। ਨੌਕਰ ਵਿਚਾਰੇ ਸਿਪਾਹੀ, ਉਹਨਾਂ ਦੀ ਕੀ ਔਕਾਤ ਹੁੰਦੀ ਵੀ ਰਾਜੇ ਦੇ ਰਿਸ਼ਤੇਦਾਰ ਨੂੰ ਜਾਂ ਕਿਸੇ ਵੱਡੇ ਬੰਦੇ ਨੂੰ ਰੋਕ ਲੈਣ। ਉਹ ਕਹਿੰਦੇ ਸਰਦਾਰ ਜੀ ਜਾਓ, ਤੁਸੀਂ ਲੰਘ ਜਾਓ। ਇਹ ਜਾ ਵੜਿਆ ਅੰਦਰ। ਉਹ ਰਾਜਾ ਸੁੱਤਾ, ਰਾਣੀ ਸੁੱਤੀ, ਸਾਰਾ ਮਹਿਲ ਚ ਅੰਦਰ ਉਹ ਸਮਾਨ ਜਿਹੜਾ ਹੀਰੇ ਮੋਤੀ ਸੋਨਾ ਚਾਂਦੀ ਉਹ ਇਕੱਠੇ ਕਰਕੇ ਪੰਡ ਬੰਨ੍ਹ ਲਈ ਚੰਗੀ, ਇੱਧਰੋਂ ਉੱਧਰੋਂ ਸਮਾਨ ਸਾਰਾ। ਤੇ ਪੰਡ ਬੰਨ੍ਹਦਿਆਂ ਰਾਤ ਦੇ 2-2:30 ਵੱਜ ਗਏ ਤੇ ਭੁੱਖ ਲੱਗ ਗਈ। ਭੁੱਖ ਲੱਗ ਗਈ ਤੇ ਰਸੋਈ ਘਰ ਵਿੱਚ ਜਾ ਕੇ ਹਨੇਰਾ ਜਿਹਾ ਸੀ, ਉੱਥੇ ਹੱਥ ਮਾਰਿਆ ਤੇ ਪਹਿਲੇ ਜ਼ਮਾਨੇ 'ਚ ਜਿਹੜੀ ਖੰਡ ਹੁੰਦੀ ਸੀ ਨਾ, ਬੂਰੇ ਵਾਲੀ ਖੰਡ ਤੇ ਲੂਣ, ਉਹ ਇੱਕੋ ਜਿਹੇ ਲੱਗਦੇ ਸੀ ਪਰ ਚੱਕ ਕੇ ਪਤਾ ਲੱਗਦਾ ਸੀ। ਉਹ ਮੂੰਹ 'ਚ ਖੰਡ ਸਮਝ ਕੇ ਫੱਕਾ ਮਾਰਿਆ, ਹੈ ਸੀਗਾ ਲੂਣ ਵਿੱਚ। ਤੇ ਕਹਿੰਦੇ ਚੁੱਕ ਲੈ ਕੇ ਚੱਖਿਆ ਤੇ ਇਸ ਕੱਖ ਨਾ ਖੜਿਆ। ਜਦੋਂ ਮੂੰਹ ਨੂੰ ਲੂਣ ਲੱਗਾ, ਗੁਰੂ ਮਹਾਰਾਜ ਦਾ ਤੀਜਾ ਬਚਨ ਯਾਦ ਆ ਗਿਆ ਵੀ ਸਤਿਗੁਰਾਂ ਨੇ ਕਿਹਾ ਸੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਪਹਿਲਾ ਬਚਨ ਸੀ ਵੀ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਮਾੜੇ ਘਰ ਨਹੀਂ ਠੱਗੀ ਕਰਨੀ, ਚੋਰੀ ਕਰਨੀ। ਦੂਜਾ ਸੀ ਵੀ ਝੂਠ ਨਹੀਂ ਬੋਲਣਾ। ਤੇ ਤੀਜਾ ਸੀ ਵੀ ਗੁਰੂ ਸਾਹਿਬ ਕਹਿੰਦੇ ਵੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਹੁਣ ਲੂਣ ਖਾ ਲਿਆ ਤੇ ਉਹ ਸਾਰਾ ਕੁਝ ਉੱਥੇ ਛੱਡ ਕੇ ਚਲਾ ਗਿਆ। ਸਵੇਰੇ ਰਾਜਾ ਜਾਗਿਆ, ਰਾਣੀ ਉਹਦੇ ਮਹਿਲਾਂ ਵਿੱਚ ਸਾਰਾ ਉਥਲ ਪੁਥਲ ਪਿਆ, ਸਮਾਨ ਖਿਲਰਿਆ ਪਿਆ ਸਾਰਾ। ਔਰ ਜਦੋਂ ਦੇਖਿਆ ਵੀ ਪੰਡ ਬੱਝੀ ਹੋਈ, ਸੋਨਾ ਚਾਂਦੀ ਹੀਰੇ ਮੋਤੀ ਕਾਫੀ ਮਹਿੰਗਾ ਮੋਟਾ ਮਾਲ ਉਹ ਸਾਰਾ ਉੱਥੇ ਪਿਆ। ਸਾਰਾ ਸਮਾਨ ਗਿਣਿਆ, ਹਿਸਾਬ ਕਿਤਾਬ ਲਾਇਆ। ਕਹਿੰਦੇ ਇੱਕ ਵਿੱਚ ਸੂਈ ਵੀ ਗਾਇਬ ਨਹੀਂ, ਸਮਾਨ ਸਾਰਾ ਹੈ। ਚੋਰ ਆਇਆ ਤੇ ਛੱਡ ਕੇ ਕਿੱਥੇ ਚਲਾ ਗਿਆ? ਕੀ ਗੱਲ ਬਣੀ? ਜਿੰਨੇ ਵੀ ਨਾਮੀ ਚੋਰ ਸੀ ਸਾਰੇ ਪੁਲਿਸ ਨੇ ਫੜ ਕੇ ਲੰਮੇ ਪਾ ਕੇ ਕੁੱਟੇ ਵੀ ਤੁਸੀਂ ਗਏ ਸੀ? ਉਹ ਕਹਿੰਦੇ ਨਾ ਜੀ ਅਸੀਂ ਗਏ ਨਹੀਂ। ਉਹਨਾਂ ਨੂੰ ਕੁੱਟ ਪੈਂਦੀ ਵੇਖ ਕੇ ਰਾਜੇ ਨੇ ਐਲਾਨ ਕੀਤਾ ਵੀ ਦੇਖੋ ਜਿਹੜਾ ਬੰਦਾ ਚੋਰ ਆਇਆ ਸਮਾਨ ਸਾਰਾ ਛੱਡ ਗਿਆ, ਉਹਨੂੰ ਬੇਨਤੀ ਵੀ ਇੱਕ ਵਾਰੀ ਆ ਕੇ ਸਾਨੂੰ ਮਿਲੇ ਜ਼ਰੂਰ। ਤੋ ਮਨ 'ਚ ਖਿਆਲ ਆਇਆ ਵੀ ਬੇਦੋਸ਼ੇ ਕੁਟੀਂਦੇ, ਮੈਂ ਚੱਲ ਕੇ ਆਪ ਆਪਣੇ ਤੇ ਲੈ ਲਵਾਂ ਸਾਰੀ ਗੱਲ। ਰਾਜੇ ਦੇ ਪੇਸ਼ ਹੋ ਗਿਆ ਤੇ ਰਾਜੇ ਨੇ ਪੁੱਛਿਆ ਵੀ ਭਾਈ ਤੂੰ ਕੌਣ? ਕਹਿੰਦਾ ਜੀ ਮੈਂ ਚੋਰ ਹਾਂ। ਅੱਛਾ ਤੂੰ ਕਿਵੇਂ ਅੰਦਰ ਵੜਿਆ? ਕਹਿੰਦਾ ਜੀ ਪਹਿਰੇਦਾਰਾਂ ਨੂੰ ਉਹਨਾਂ ਨੇ ਰੋਕਿਆ ਸੀ ਮੈਨੂੰ ਤੇ ਮੈਂ ਕਿਹਾ ਮੈਂ ਚੋਰ ਹਾਂ, ਇਹਨਾਂ ਨੇ ਅੰਦਰ ਵਾੜਤਾ। ਮੈਂ ਚੋਰੀ ਵੀ ਕੀਤੀ, ਸਮਾਨ ਵੀ ਸਾਰਾ ਬੰਨਿਆ। ਕਹਿੰਦੇ ਫਿਰ ਤੂੰ ਛੱਡ ਕੇ ਕਿਉਂ ਗਿਆ? ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਵੀ ਜਿੱਥੇ ਲੂਣ ਖਾਈਏ ਹਰਾਮ ਨਹੀਂ ਕਰਨਾ। ਉਹ ਤਿੰਨੇ ਬਚਨ ਮਹਾਰਾਜ ਦੇ ਸੁਣ ਕੇ ਰਾਜਾ ਕਹਿੰਦਾ ਵੀ ਪਹਿਲੀ ਗੱਲ ਤਾਂ ਇਹੋ ਜਿਹਾ ਗੁਰੂ ਕਲਯੁਗ 'ਚ ਲੱਭਦਾ ਕੋਈ ਨਹੀਂ ਜਿਹੜਾ ਇੰਨਾ ਕਿਸੇ ਚੋਰ ਦਾ ਜੀਵਨ ਬਦਲ ਦੇਵੇ। ਵੀ ਤੂੰ ਦੱਸ ਤੇਰਾ ਗੁਰੂ ਕੌਣ ਆ? ਕਹਿੰਦੇ ਮੇਰੇ ਗੁਰੂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਦਾ ਮੈਂ ਸਿੱਖਿਆ। ਉਹਨਾਂ ਨੇ ਮੈਨੂੰ 3 ਬਚਨ ਦਿੱਤੇ ਸੀ ਵੀ ਚੋਰੀ ਕਰਨੀ ਹੈ ਤੇ ਤਗੜੇ ਘਰ ਕਰਨੀ ਹੈ, ਮਾੜੇ ਘਰ ਨਹੀਂ ਕਰਨੀ। ਦੂਜਾ ਬਚਨ ਇਹ ਸੀ ਵੀ ਚੋਰੀ ਝੂਠ ਨਹੀਂ ਬੋਲਣਾ ਤੇ ਤੀਜਾ ਸੀ ਵੀ ਜਿੱਥੇ ਲੂਣ ਖਾਣਾ ਉੱਥੇ ਹੇਰਾ ਫੇਰੀ ਚੋਰੀ ਨਹੀਂ ਕਰਨੀ, ਹਰਾਮ ਨਹੀਂ ਕਰਨਾ। ਸੋ ਰਾਜਾ ਵੀ ਸਿੱਖ ਬਣ ਗਿਆ। ਜਨਮ ਸਾਖੀ ਦੇ ਬਚਨ ਨੇ ਰਾਜਾ ਵੀ ਗੁਰੂ ਦਾ ਸਿੱਖ ਬਣ ਗਿਆ, ਉਹਦਾ ਵੀ ਭਲਾ ਕਰਤਾ। ਇਹ ਗੁਰੂ ਸਾਹਿਬ ਦੇ ਘਰ ਵਿੱਚ ਸਾਧ ਸੰਗਤ ਜੀ ਚੋਰੀ ਯਾਰੀ ਠੱਗੀ ਬੇਈਮਾਨੀ ਛੁਡਾਉਣ ਦੇ ਗੁਰੂ ਕੋਲ ਤਰੀਕੇ ਹੁੰਦੇ ਆ। ਭਾਈ ਬਿਧੀ ਚੰਦ ਨੂੰ ਚੋਰੀ ਛੁਡਾ ਕੇ ਬ੍ਰਹਮ ਗਿਆਨੀ ਸਾਧੂ ਬਣਾਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ ਨੇ। ਤੇ ਮਹਾਰਾਜ 6ਵੇਂ ਪਾਤਸ਼ਾਹ ਬਿਧੀ ਚੰਦ ਦੀ ਕਥਾ ਮਾਤਾ ਨਾਨਕੀ ਜੀ ਨੂੰ ਦੱਸਦੇ ਆ ਵੀ ਇਹਨੇ ਬੜੇ ਪਰਉਪਕਾਰ ਦੇ ਕੰਮ ਅੱਗੇ ਵੀ ਕੀਤੇ ਹਨ। ਸਿੱਖ ਬਣਿਓ ਬਟ ਗੁਰ ਨ ਕੋ ਰਣ ਸੂਰਿਓ ਦਾਰਾ। ਇਹ ਸਾਡੇ ਪਿਤਾ ਮਹਾਰਾਜ 5ਵੇਂ ਪਾਤਸ਼ਾਹ ਦਾ ਸਿੱਖ ਬਣਿਆ ਸੀ ਤੇ ਮੈਦਾਨੇ ਜੰਗ ਜਿਹਦਾ ਕੋਈ ਸ਼ਾਨੀ ਕੋਈ ਨਹੀਂ। ਜਦੋਂ ਇਹ ਜੰਗ ਦੇ ਮੈਦਾਨ 'ਚ ਜਾਂਦਾ ਨਾ ਇਕੱਲਾ ਹੀ ਲੱਖਾਂ ਨੂੰ ਭੜਥੂ ਪਾ ਦਿੰਦਾ। ਇਹ ਘੋੜੇ ਤੇ ਚੜਿਆ ਹੋਇਆ ਨੰਗੀ ਤੇਗ ਲੈ ਕੇ ਦੁਸ਼ਮਣ ਦੇ ਸਿਰ ਕਾਲ ਦੀ ਤਰ੍ਹਾਂ ਮੰਡਰਾਉਂਦਾ ਹੈ। ਕਹਿਤ ਨਾਨਕੀ ਹੈ ਪ੍ਰਭੂ ਤਿਸ ਲੇਹੋ ਬੁਲਾਈ। ਮਾਤਾ ਨਾਨਕੀ ਜੀ ਕਹਿੰਦੇ ਸੱਚੇ ਪਾਤਸ਼ਾਹ ਭਾਈ ਬਿਧੀ ਚੰਦ ਨੂੰ ਬੁਲਾਓ ਜਰਾ, ਅਸੀਂ ਉਹਨਾਂ ਦੇ ਵੀ ਦਰਸ਼ਨ ਕਰੀਏ। ਕਿਮ ਕੀਨਸ ਦੁਸ਼ਕਰਮ ਕੋ ਤਿਮ ਦੇਹੋ ਸੁਨਾਈ। ਅਸੀਂ ਉਹਦੇ ਮੂੰਹ ਤੋਂ ਸੁਣਨਾ ਚਾਹੁੰਦੇ ਆ ਵੀ ਉਹਨੇ ਐਡਾ ਕਠਿਨ ਕੰਮ ਔਖਾ ਕੰਮ ਕਿਵੇਂ ਕੀਤਾ ਹੈ। ਉਠਿਓ ਦਾਸ ਸ੍ਰੀ ਸਤਿਗੁਰੂ ਨਿਜ ਨਿਕਟ ਬੁਲਾਇਓ। ਮਹਾਰਾਜ ਨੇ ਸੇਵਾਦਾਰ ਭੇਜਿਆ, ਜਾਓ ਭਾਈ ਬਿਧੀ ਚੰਦ ਨੂੰ ਬੁਲਾ ਕੇ ਲਿਆਓ।
ਭਾਈ ਬਿਧੀ ਚੰਦ ਜੀ ਨੂੰ ਬੁਲਾ ਲਿਆ। ਆ ਗਏ ਭਾਈ ਸਾਹਿਬ ਜੀ। ਆਏ ਕਰੀ ਤਬ ਵੰਦਨਾ ਨਿਜ ਸੀਸ ਨਿਵਾਇਓ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਮਹਾਰਾਜ ਪੰਜਵੇਂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ। ਗੁਰ ਮਹਿਲਾ ਕੋ ਮਾਤ ਕਹਿ ਮਸਤਕ ਕੋ ਟੇਕਾ। ਫਿਰ ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵ ਜੀ ਦੇ ਚਰਨਾਂ 'ਚ ਵੀ ਮੱਥਾ ਟੇਕਿਆ। ਆਗਿਆ ਲੈ ਬੈਠਿਓ ਜਬਹਿ ਕਹਿ ਜਲਦ ਵਿਵੇਕਾ। ਜਦੋਂ ਗੁਰੂ ਸਾਹਿਬ ਨੇ ਬਹਿਣ ਦੀ ਆਗਿਆ ਦਿੱਤੀ ਤੇ ਸਤਿਗੁਰਾਂ ਦੇ ਕੋਲ ਬੈਠ ਗਿਆ ਤੇ ਮਹਾਰਾਜ ਪੁੱਛਦੇ ਹਨ, ਕਹੋ ਆਪਣੇ ਕਰਮ ਕੋ ਜਮ ਪੂਰਬ ਆਇਓ। ਹਾਂ ਭਾਈ ਬਿਧੀ ਚੰਦ ਜੀ, ਆਪਣੀ ਵਾਰਤਾ ਸੁਣਾਓ, ਆਪਣਾ ਕਰਮ ਦੱਸੋ। ਕਿਮ ਚੋਰੀ ਦੁਸ਼ਕਰ ਕਰੀ ਧਨ ਕੋ ਹਰ ਲਿਆਇਓ। ਤੁਸੀਂ ਚੋਰੀਆਂ ਕੀਤੀਆਂ ਬੜੀਆਂ ਬੜੀਆਂ ਵੱਡੀਆਂ, ਕਿਵੇਂ ਕਿਵੇਂ ਕੌਤਕ ਕੀਤੇ, ਸੁਣਾਓ ਜਰਾ। ਉਹ ਪ੍ਰਸੰਗ ਸਭ ਛੋਰ ਤੇ ਇਹੋ ਸੁਣਬੋ ਚਾਹੈ। ਇਹ ਸਾਡੇ ਮਹਿਲ ਤੁਹਾਡੇ ਮਾਤਾ ਨਾਨਕੀ ਜੀ ਸੁਣਨਾ ਚਾਹੁੰਦੇ ਹਨ। ਬਿਧੀ ਚੰਦ ਤਬ ਜੋਰ ਕਰ ਉਤਰਿਓ ਗੁਰ ਪਾਹੈ। ਬਾਬਾ ਬਿਧੀ ਚੰਦ ਜੀ ਹੱਥ ਜੋੜ ਕੇ ਮਹਾਰਾਜ ਨੂੰ ਦੱਸਦੇ ਹਨ। ਪੂਰਬ ਤਸਕਰ ਕਰਮ ਕੋ ਮੈਂ ਕਰਤ ਕਨੇਰੇ। ਮਹਾਰਾਜ ਪਹਿਲਾਂ ਤਾਂ ਮੈਂ ਬਹੁਤ ਚੋਰੀਆਂ ਕਰਦਾ ਸੀ, ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀ ਚੋਰਾਂ ਦੀ ਸੰਗਤ ਵਿੱਚ ਹੀ ਸੰਭਾਲੀ ਹੈ, ਤੇ ਬੜੇ ਬੜੇ ਕਠਿਨ ਕੰਮ ਜਿਹੜੇ ਸਨ ਨਹੀਂ ਹੋ ਸਕਦੇ ਉਹ ਮੈਂ ਕੀਤੇ ਹਨ। ਮੈਂ ਕੀ ਸੁੰਦਰ ਬ੍ਰਿੰਦ ਕੋ ਚੋਰੀ ਇੱਕ ਬੇਰੇ। ਤੇ ਮਹਾਰਾਜ ਮੈਂ ਮੱਝਾਂ ਚੋਰੀ ਕੀਤੀਆਂ ਇੱਕ ਵਾਰੀ, ਲੈ ਨਿਕਸਿਓ ਤੂਰਨ ਕਰਤ ਨਿਜ ਘਰ ਕੋ ਚਾਲਾ। ਤੇ ਮੈਂ ਉਹ ਮੱਝਾਂ ਆਪਣੇ ਨਾਨਕੇ ਪਿੰਡ ਤੋਂ ਹੀ ਚੋਰੀ ਕੀਤੀਆਂ ਤੇ ਦੂਜੇ ਪਾਸੇ ਲਈ ਜਾਂਦਾ ਸੀ। ਸੁਧ ਹੋਈ ਪੁਨ ਗ੍ਰਾਮ ਕੇ ਨਿਕਸੇ ਨਰ ਜਾਲਾ। ਪਿੰਡ ਵਾਲਿਆਂ ਦੀ ਅੱਖ ਖੁੱਲ ਗਈ, ਉਹਨਾਂ ਨੂੰ ਖਬਰ ਮਿਲ ਗਈ ਤੇ ਉਹ ਨਿਕਲ ਪਏ ਡਾਂਗਾ ਸੋਟੇ ਲੈ ਕੇ। ਖੋਜ ਪਾਏ ਮਹਿਕੀਨ ਕੋ ਪਰ ਪਾਛ ਪੁਕਾਰਾ। ਕਹਿੰਦੇ ਉਹ ਪਿੱਛੇ ਪੈ ਗਏ, ਰੌਲਾ ਪਾ ਲਿਆ, ਫੜੋ ਫੜੋ ਹੋ ਗਈ। ਆਗੇ ਮੈਂ ਉਤਲਾਬ ਤੋਂ ਬਹੁ ਦੂਰ ਸੁਧਾਰਾ। ਤੇ ਮੈਂ ਦੌੜ ਗਿਆ ਅੱਗੇ ਦੂਰ ਛੇਤੀ ਨਾਲ। ਚੋਲੇ ਗ੍ਰਾਮ ਸਮੀਪ ਜਬ ਪਹੁੰਚਿਓ ਉਤਲਾਏ। ਜਦੋਂ ਚੋਲੇ ਪਿੰਡ ਕੋਲ ਸਰਾਲੀ ਦੇ ਲਾਗੇ ਚੋਲਾ ਸਾਹਿਬ ਹੈ, ਉਹਦੇ ਵਿਚਕਾਰ ਇੱਕ ਗੁਰਦੁਆਰਾ ਹੈ। ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ ਗੁਰਦੁਆਰਾ ਪੱਕਾ ਬਣਵਾ ਦਿੱਤਾ ਹੈ, ਸਰੋਵਰ ਵੀ ਬਣਿਆ ਹੋਇਆ ਹੈ। ਸੰਗਤਾਂ ਦਰਸ਼ਨ ਮੇਲੇ ਕਰਦੀਆਂ। ਅੱਜ ਤੋਂ 12-15 ਸਾਲ ਪਹਿਲਾਂ ਅਸੀਂ ਵੀ ਉਹ ਖਾਸ ਤੌਰ ਤੇ ਉਸ ਇਲਾਕੇ 'ਚ ਗਏ, ਦਰਸ਼ਨ ਕੀਤੇ ਸਨ। ਸੋ ਉਹ ਜਗ੍ਹਾ ਜਿੱਥੇ ਬਾਬਾ ਅਦਲੀ ਜੀ ਤਪ ਕਰਿਆ ਕਰਦੇ ਮਹਾਂਪੁਰਸ਼ ਬਹਿ ਕੇ, ਉੱਥੇ ਪਹੁੰਚ ਗਿਆ। ਆਏ ਸੋ ਮਿਲੀ ਗੁਹਾਰ ਤਬ ਇਮ ਕਰਿਓ ਉਪਾਏ। ਸਾਧ ਸੰਗਤ ਜੀ ਭਾਈ ਬਿਧੀ ਚੰਦ ਮਾਤਾ ਜੀ ਨੂੰ ਤੇ ਸਤਿਗੁਰੂ ਨੂੰ ਸੁਣਾ ਰਹੇ ਆ ਵੀ ਜਦੋਂ ਮੈਂ ਉੱਥੇ ਪਹੁੰਚਿਆ ਤੇ ਗੁਹਾਰ ਜਿਹੜੀ ਪਿੰਡ ਦੀ ਪਿੱਛੇ ਲੱਗੀ ਸੀ ਉਹ ਆ ਮਿਲੀ। ਉਤੋ ਤਾਲ ਜਲ ਕੋ ਭਰਿਓ ਸਭ ਮਹਿਕ ਪ੍ਰਵੇਸ਼ੀ। ਕਹਿੰਦੇ ਤਲਾਬ ਸਰੋਵਰ ਪਾਣੀ ਦਾ ਭਰਿਆ ਹੋਇਆ ਸੀ, ਮੱਝਾਂ ਉਹਦੇ 'ਚ ਵੜ ਗਈਆਂ। ਅਦਲੀ ਗੁਰ ਕੋ ਸਿਖਤ ਹੈ ਜਹ ਸਮਤ ਵਿਸ਼ੇਸ਼ੀ। ਉੱਥੇ ਗੁਰੂ ਦਾ ਇੱਕ ਸਿੱਖ ਬ੍ਰਹਮ ਗਿਆਨੀ ਬਾਬਾ ਅਦਲੀ ਬੈਠਾ, ਜਿਹਦੀ ਬਹੁਤ ਭਗਤੀ ਵਾਲੀ ਮੱਤ ਸੀ। ਜਾਇ ਚਰਨ ਪਰ ਮੈਂ ਪਰਿਓ ਸਭ ਬਿਨੈ ਸੁਨਾਈ। ਮੈਂ ਜਾ ਚਰਨਾਂ ਤੇ ਪਿਆ ਤੇ ਬੇਨਤੀ ਕੀਤੀ। ਰੱਛਿਆ ਕੀਜੈ ਰਿਪਨ ਤੇ ਤੁਮ ਬਨਹੁ ਸਹਾਈ। ਮਹਾਂਪੁਰਸ਼ੋ ਮੇਰੀ ਜਾਨ ਬਚਾ ਲਓ, ਮੇਰੀ ਸਹਾਇਤਾ ਕਰੋ, ਮੈਨੂੰ ਮਾਰਨ ਵਾਲੇ ਆ ਰਹੇ ਨੇ ਪਿੰਡਾਂ ਤੋਂ ਡਾਂਗਾ ਸੋਟੇ ਚੁੱਕ ਕੇ। ਬਹੁਰ ਕਰੋ ਸਖਿਆਪਨੋ ਦੀਜਾ ਹੈ ਉਪਦੇਸ਼ਾ। ਮੈਨੂੰ ਆਪਣਾ ਸਿੱਖ ਬਣਾ ਲਓ ਉਪਦੇਸ਼ ਦੇ ਕੇ। ਉਪਕਾਰੀ ਤੁਮ ਸੰਤ ਹੋ ਚਿਤ ਸ਼ਾਂਤ ਵਿਸ਼ੇਸ਼ਾ। ਤੁਸੀਂ ਪਰਉਪਕਾਰੀ ਸਾਧੂ ਹੋ, ਸਾਰਿਆਂ ਦਾ ਭਲਾ ਕਰਨ ਵਾਲੇ ਹੋ। ਬ੍ਰਹਮ ਗਿਆਨੀ ਮਹਾਂਪੁਰਸ਼ ਜਿਹੜੇ ਹੁੰਦੇ ਆ ਸਾਧ ਸੰਗਤ ਜੀ, ਸਭ ਦਾ ਹੀ ਭਲਾ ਕਰਦੇ। ਉਹ ਕਿਸੇ ਗੁਨਾਹਗਾਰ ਬੰਦੇ ਦਾ ਗੁਨਾਹ ਮੇਟਦੇ ਆ, ਉਹਨੂੰ ਨਹੀਂ ਮਾਰਦੇ। ਅਸੀਂ ਲੋਕ ਬੰਦੇ ਨੂੰ ਮਾਰਦੇ ਆ, ਗੁਨਾਹ ਨਹੀਂ ਛੱਡਦੇ। ਇਹ ਫਰਕ ਹੈ ਸਾਡੇ ਵਿੱਚ ਤੇ ਸਾਧੂਆਂ ਵਿੱਚ। ਹਾਂਜੀ। ਅਦਲੀ ਸੁਣ ਬਿਨਤੀ ਤਬਹਿ ਬਹੁ ਭੈ ਕਿਰਪਾਲਾ। ਬਾਬਾ ਅਦਲੀ ਸਾਹਿਬ ਜੀ ਬੇਨਤੀ ਸੁਣ ਕੇ ਕਿਰਪਾ ਦੇ ਘਰ ਵਿੱਚ ਆ ਗਏ। ਕੀਨ ਬਤਾਪ ਨ ਸ਼ੁਭਮਤੀ ਮਮ ਭਾਗ ਵਿਸਾਲਾ। ਬਾਬੇ ਅਦਲੀ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਮਤ ਸੁਮਤ ਬਖਸ਼ੀ। ਸਿਮਰੋ ਸ੍ਰੀ ਅਰਜਨ ਗੁਰੂ ਰਾਖੈ ਤਵ ਲਾਜਾ। ਬਾਬਾ ਅਦਲੀ ਜੀ ਕਹਿਣ ਲੱਗੇ, ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰ, ਉਹਨਾਂ ਦੇ ਨਾਂ ਦੀ ਅਰਦਾਸ ਕਰ, ਉਹ ਤੇਰੀ ਲਾਜ ਰੱਖਣਗੇ। ਹੁਣ ਉਹੀ ਸਹਾਇਤਾ ਕਰ ਸਕਦੇ ਆ ਇੱਥੇ। ਹਾਂਜੀ। ਬਹੁਰ ਬਨਹੁ ਸਿਖ ਜਾਇ ਕਰ ਤੀਜ ਕੈ ਅਸ ਕਾਜਾ। ਇਹੋ ਜੀ ਚੋਰੀ ਜਾਰੀ ਠੱਗੀ ਛੱਡ ਦੇ, ਹੁਣ ਤੂੰ ਇਹ ਕੰਮ ਕਰਮ ਛੱਡ ਕੇ ਸਾਧੂਆਂ ਵਾਲੇ ਕਰਮ ਕਰਿਆ ਕਰ, ਜਾ ਕੇ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਜਾਵੀਂ। ਸੁਣ ਤਿਸ ਕੇ ਉਪਦੇਸ਼ ਕੋ ਮੈਂ ਧਾਰਨ ਕੀਨਾ। ਭਾਈ ਬਿਧੀ ਚੰਦ ਜੀ ਕਹਿੰਦੇ ਬਾਬੇ ਅਦਲੀ ਦਾ ਉਪਦੇਸ਼ ਸੁਣ ਕੇ ਮੈਂ ਆਪਣੇ ਮਨ 'ਚ ਵਸਾ ਲਿਆ। ਬਨੋ ਸਹਾਇਕ 10 ਲੱਖ ਤੁਮ ਅੰਤਰ ਜਾਮੇ। ਤੇ ਮੈਂ ਅਰਦਾਸ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਮਨ ਵਿੱਚ ਯਾਦ ਕਰਕੇ
ਕਿ ਮਹਾਰਾਜ ਇੱਥੇ ਮੇਰੇ ਤੇ ਭੀੜਾ ਪੈ ਗਈ ਹੈ, ਤੁਸੀਂ ਅੰਤਰਜਾਮੀ ਸਤਿਗੁਰੂ ਪੂਰੇ ਹੋ, ਮੈਂ ਗੁਨਾਹਗਾਰ ਚੋਰ ਹਾਂ ਮਹਾਰਾਜ, ਪਰ ਹੈ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਪੁਨ ਮੈਂ ਰਹੋ ਸਮੀਪ ਹੀ ਕਰ ਕੈ ਨਿਜ ਸੁਆਮੀ। ਮੈਂ ਫਿਰ ਸਾਰੀ ਉਮਰ ਤੁਹਾਡੇ ਕੋਲ ਹੀ ਰਵਾਂਗਾ, ਫਿਰ ਮੈਂ ਤੁਹਾਡੇ ਚਰਨਾਂ ਨੂੰ ਛੱਡਾਂਗਾ ਨਹੀਂ ਸੱਚੇ ਪਾਤਸ਼ਾਹ ਜੀ। ਪੁਨ ਮੈਂ ਧਿਆਨ ਸੁਧਾਰ ਕੈ ਥਿਰ ਭਾਤ ਸਥਾਨਾ। ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਕਹਿੰਦੇ, ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਲਈ, ਅੱਖਾਂ ਮੀਚ ਲਈਆਂ ਤੇ ਮੈਂ ਅਰਦਾਸਾਂ ਕਰੀ ਜਾਵਾਂ, ਤੇ ਬਾਬੇ ਅਦਲੀ ਜੀ ਦੇ ਚਰਨਾਂ 'ਚ ਬੈਠ ਗਿਆ। ਤਬਲੋ ਆਏ ਗੁਹਾਰ ਗਨ ਲੈ ਖੋਜ ਮਹਾਨਾ। ਇਹਨੇ ਨੂੰ ਮੱਝਾਂ ਲੱਭਣ ਵਾਲੇ ਪਿੱਛੇ ਖੋਜ ਲੈਂਦੇ ਉੱਥੇ ਪਹੁੰਚ ਗਏ। ਸਰ ਲਗ ਖੋਜ ਨਿਹਾਰ ਤੇ ਨਹਿ ਆਗੇ ਚਾਲਾ। ਕਹਿੰਦੇ ਉਹਨਾਂ ਦੀਆਂ ਮੱਝਾਂ ਦੀ ਪੈੜ ਛੱਪੜ ਤੱਕ ਸਰੋਵਰ ਤੱਕ ਆਉਂਦੀ ਹੈ, ਅੱਗੇ ਨਹੀਂ ਜਾਂਦੀ। ਇਤੇ ਉਤ ਖੋਜਤ ਫਿਰਤ ਭੇ ਸੇ ਮਾਨ ਬਜਾਲਾ। ਉਹ ਬੰਦੇ ਇੱਧਰ ਉੱਧਰ ਲੱਭਦੇ, ਅੱਗੇ ਕਿਤੇ ਮੱਝਾਂ ਜਾਂਦੀਆਂ ਨਹੀਂ, ਉਹਨਾਂ ਦੀ ਪੈੜ ਨਹੀਂ ਜਾਂਦੀ। ਅਦਲੀ ਸਿੱਖ ਬਿਲੋਕ ਕੈ ਤਿਨ ਸਾਥ ਬਖਾਨਾ। ਉਹਨਾਂ ਨੇ ਬਾਬੇ ਅਦਲੀ ਜੀ ਨੂੰ ਪੁੱਛਿਆ, ਕਿਆ ਖੋਜਤ ਤੁਮ ਫਿਰਤ ਬਹੁ ਕੁਛ ਸਕੇ ਨ ਜਾਣਾ। ਬਾਬਾ ਅਦਲੀ ਜੀ ਕਹਿੰਦੇ, ਭਾਈ ਤੁਸੀਂ ਕੀ ਚਾਹੁੰਦੇ ਹੋ, ਕੀ ਦੇਖਦੇ ਫਿਰਦੇ ਹੋ ਸਾਡੇ ਕੋਲ? ਕਹਿਤ ਭਏ ਮੈਂ ਕੀਨ ਕੋ ਇੱਕ ਤਸਕਰ ਲਿਆਇਓ। ਪਿੰਡ ਵਾਲੇ ਕਹਿੰਦੇ, ਜੀ ਸਾਡੀਆਂ ਮੱਝਾਂ ਕੋਈ ਚੋਰ ਲੈ ਆਇਆ। ਖੋਜ ਇਹਾਂ ਲਗ ਆਏ ਕਹਿ ਨੈ ਅੰਗਰ ਚਲਾਇਓ। ਪਰ ਮੱਝਾਂ ਦੀ ਖੋਜ ਪੈੜ ਇੱਥੋਂ ਤੱਕ ਪਹੁੰਚੀ ਹੈ, ਅੱਗੇ ਖੋਜ ਚਲਦੀ ਨਹੀਂ। ਖੋਜਤ ਹੈ ਤਿਸ ਖੋਜ ਕੋ ਜੇਕਰ ਤੁਮ ਹੇਰਾ। ਹਾਂ ਬਾਬਾ ਜੀ, ਅਸੀਂ ਚੋਰ ਦੀ ਪੈੜ ਤੇ ਤੁਰੇ ਹੋਏ ਹਾਂ, ਜੇ ਤੁਸੀਂ ਕੋਈ ਬੰਦਾ ਵੇਖਿਆ ਇੱਥੋਂ ਮੱਝਾਂ ਲਿਜਾਂਦਾ ਤੇ ਦੱਸੋ। ਕਰੋ ਬਤਾਵਨ ਸੰਤ ਜੀ ਕਿਤ ਗਇਓ ਅਗੇਰਾ। ਸੰਤ ਜੀ ਕਿਤੇ ਮੱਝਾਂ ਲੈ ਕੇ ਕੋਈ ਅੱਗੇ ਤਾਂ ਨਹੀਂ ਚਲਾ ਗਿਆ। ਸੁਨ ਅਦਲੀ ਉੱਤਰ ਦਿਓ ਵਹਿ ਕੀ ਸਰਮਾਹੀ। ਬਾਬਾ ਅਦਲੀ ਜੀ ਕਹਿੰਦੇ, ਮੱਝਾਂ ਤੁਹਾਡੀਆਂ ਕਿਤੇ ਸਰੋਵਰ ਵਿੱਚ ਤਾਂ ਨਹੀਂ ਬੈਠੀਆਂ, ਵੇਖੋ ਜਰਾ। ਬਿਨ ਬਿਨ ਅਪਰਨ ਮੈਂ ਪਿਖੀ ਕੋ ਗਮਨਿਓ ਨਾਹੀ। ਆ ਮੱਝਾਂ ਬੈਠੀਆਂ ਨੇ, ਇਹਨਾਂ ਤੋਂ ਬਿਨਾਂ ਅਸੀਂ ਹੋਰ ਕੁਛ ਨਹੀਂ ਤੱਕਿਆ, ਕੁਛ ਨਹੀਂ ਵੇਖਿਆ। ਸੁਨ ਬੋਲੇ ਦੇਖੀ ਭਲੀ ਇਹ ਨਹੀਂ ਹਮਾਰੀ। ਪਿੰਡ ਵਾਲੇ ਕਹਿੰਦੇ, ਜੀ ਚੰਗੀ ਤਰ੍ਹਾਂ ਵੇਖੀਆਂ, ਇਹ ਮੱਝਾਂ ਸਾਡੀਆਂ ਨਹੀਂ। ਕਹਿੰਦੇ ਇਹ ਮੱਝਾਂ ਸਾਡੀਆਂ ਨਹੀਂ, ਜਿਹੜੀਆਂ ਅਸੀਂ ਲੱਭਦੇ ਫਿਰਦੇ ਹਾਂ ਹੋਰ ਹਨ। ਕਪਲ ਬਰਨ ਕੀ ਇਹ ਸਕਲ ਹਮਰੀ ਸਬਕਾਰੀ। ਸਾਡੀਆਂ ਕਾਲੀਆਂ ਸਨ, ਇਹ ਬੂਰੀਆਂ ਹਨ। ਹਿਮਕਾ ਇਤੇ ਉਤ ਬਹੁ ਫਿਰੇ ਕੁਛ ਜਾਏ ਨ ਜਾਣੀ। ਏਦਾਂ ਉਹ ਪਿੰਡ ਵਾਲੇ ਇੱਧਰ ਉੱਧਰ ਫਿਰਦੇ, ਪਰ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਚੋਰ ਵੀ ਸਾਹਮਣੇ ਬੈਠਾ ਤੇ ਮੱਝਾਂ ਵੀ ਆਪਣੀਆਂ ਹੀ ਨੇ। ਇਹੋ ਜਿਹੀ ਕੌਮ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਖੇਡ ਵਰਤਾ ਦਿੱਤੀ। ਆਪਣੇ ਸੇਵਕ ਹੀ ਆਪੇ ਰਾਖੇ, ਆਪੇ ਨਾਮ ਜਪਾਵੇ। ਜਿਹੜਾ ਵੀ ਸ਼ਰਨ ਆਜ, ਜਿਤੇ ਉਹ ਸ਼ਰਨ ਜੈ ਹੈ ਤਿਤੇ ਉਹ ਰਾਖ ਲੈ ਹੈ। ਇਹ ਪਰਮੇਸ਼ਰ ਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜੇ ਉਹ ਪਿੰਡ ਵਾਲੇ ਪਛਾਣ ਲੈਂਦੇ ਤਾਂ ਉਹਨਾਂ ਦਿਨਾਂ ਵਿੱਚ ਤਾਂ ਸਾਧ ਸੰਗਤ ਜੀ ਚੋਰ ਨੂੰ ਜਾਨ ਤੋਂ ਮਾਰ ਦਿੰਦੇ ਸੀਗੇ। ਉਹਨਾਂ ਨੇ ਬਾਬੇ ਬਿਧੀ ਚੰਦ ਨੂੰ ਉੱਥੇ ਮਾਰ ਘੱਤਣਾ ਸੀ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਪਰਮੇਸ਼ਰ ਨੇ ਉਹਦੇ ਕੋਲੋਂ ਸੇਵਾ ਲੈਣੀ ਸੀ, ਬੜਾ ਉੱਚਾ ਜੀਵਨ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਣੀ ਸੀ। ਤੇ ਆ ਭਾਈ ਬਿਧੀ ਚੰਦ ਜੀ ਆਪ ਦੱਸ ਰਹੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ, ਕਹਿੰਦੇ ਏਦਾਂ ਹੋਇਆ ਸੀ ਮੇਰੇ ਨਾਲ। ਸ਼ਰਮਤ ਭਏ ਸਗਰੇ ਹਟੇ ਨਹਿ ਸਕੇ ਪਛਾਨੀ। ਕਿੰਨਾ ਚਿਰ ਉਹ ਵੇਖਦੇ ਰਹੇ, ਮੈਂ ਵੀ ਸਾਹਮਣੇ ਬੈਠਾ ਰਿਹਾ, ਮੈਨੂੰ ਵੀ ਨਹੀਂ ਪਛਾਣ ਸਕੇ, ਤੇ ਆਪਣੀਆਂ ਮੱਝਾਂ ਨਹੀਂ ਪਛਾਣ ਸਕੇ, ਤੇ ਹਟ ਗਏ, ਪਿਛਾਂ ਨੂੰ ਮੁੜ ਗਏ। ਗ੍ਰਹਿ ਕੋ ਗਈ ਗੁਹਾਰ ਜਬ ਮਿਲ ਅਦਲੀ ਸੰਗਾ ਕਹਿੰਦੇ ਜਦੋਂ ਪਿੰਡ ਵਾਲੀ ਗੁਹਾਰ ਪਿਛਾਂ ਚਲੀ ਗਈ, ਮੁੜ ਗਈ, ਤੇ ਮੈਂ ਬਾਬੇ ਅਦਲੀ ਸਾਹਿਬ ਨੂੰ ਬੇਨਤੀ ਕੀਤੀ, ਦੇਖੋ ਗੁਰ ਕੀ ਕਲਾ ਜਨ ਸੁਜਸ ਉਤੰਗਾ। ਮੈਂ ਕਿਹਾ ਬਾਬਾ ਕਿੱਥੇ ਪੜਿਆ, ਵੇਖੋ ਗੁਰ ਕੀ ਕਲਾ ਜਿਨ ਸੁਜਸ ਉਤੰਗਾ। ਆ ਕਹਿੰਦੇ ਵੇਖੋ ਗੁਰੂ ਦੀ ਖੇਡ, ਜਿਸ ਗੁਰੂ ਅਰਜਨ ਦੇਵ ਦੀ ਮਹਿਮਾ ਦੁਨੀਆ ਤੇ ਕੋਈ ਉਹਨਾਂ ਦੇ ਬਰਾਬਰ ਨਹੀਂ ਹੋ ਸਕਦਾ। ਪਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਭੱਟਾ ਨੇ ਸਵਈਆ ਲਿਖਿਆ, ਕਹਿੰਦੇ ਵੀ ਫਰਕ ਨਾ ਸਮਝੇ ਕੋਈ। ਗੁਰੂ ਅਰਜਨ ਦੇਵ ਜੀ ਹਰੀ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ ਪ੍ਰਤੱਖ ਰੂਪ ਹਨ। ਹੋਏ ਸਹਾਇਕ ਸਿਮਰਤੇ ਦੋਹੇ ਲੋਕਨ ਮਾਹੀ। ਦੋਹਾਂ ਲੋਕਾਂ ਵਿੱਚ ਸਹਾਈ ਹੁੰਦੇ ਆਪਣੇ ਸਿੱਖਾਂ ਦੇ ਸਤਿਗੁਰੂ ਜੀ। ਅਸ ਪ੍ਰਭ ਕੋ ਜੇ ਤਜਤ ਹੈ ਤਨ ਕੈ ਬਦ ਨਾਹੀ। ਜਿਹੜਾ ਮਨੁੱਖ ਇਹੋ ਜਿਹੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਛੱਡ ਕੇ
ਇੱਧਰ ਉੱਧਰ ਭਟਕਦਾ ਹੈ, ਕਿਸੇ ਹੋਰ ਦੀ ਗੱਲ ਸੁਣਦਾ ਹੈ, ਹੋਰ ਦਾ ਬਣ ਜਾਂਦਾ ਹੈ। ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਉਹਦੇ ਵਰਗਾ ਮੂਰਖ ਕੌਣ ਹੋ ਸਕਦਾ। ਹਾਂਜੀ, ਜਿਉ ਕਿਉ ਰਖ ਹੈ ਦਾਸਪਤ ਸਭ ਬਿਗਨ ਮਿਟਾਵੈ। ਧੰਨ ਗੁਰੂ ਅਰਜਨ ਦੇਵ ਜੀ ਜਿਵੇਂ ਕਿਵੇਂ ਆਪਣੇ ਸੇਵਕਾਂ ਦੀ ਲਾਜ ਰੱਖਦੇ ਆ, ਸਾਰੇ ਬਿਗਨਾਂ ਦੀ ਜੜ ਪੁੱਟਦੇ, ਬਿਗਨ ਮਿਟਾਉਂਦੇ ਹਨ। ਇਹ ਵਡਿਆਈ ਗੁਰੂ ਜੀ ਗੁਰ ਸਿੱਖਣ ਭਾਵੈ। ਇਹ ਗੁਰੂ ਦੀ ਵਡਿਆਈ ਹੈ। ਇਹ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਬਿਗਨ ਤੋਂ ਬਚਾ ਲੈਂਦੇ ਹਨ। ਸਬਕਾਰੀ ਮਹਿਕੀਨ ਕੋ ਔਰੈ ਕਰ ਰੰਗਾ। ਦੇਖੋ ਸਾਰੀਆਂ ਮੱਝਾਂ ਉਹਨਾਂ ਦੀਆਂ ਹੋਰ ਦੀਆਂ ਹੋਰ ਹੀ ਕਰ ਦਿੱਤੀਆਂ, ਕਾਲੀਆਂ ਨੂੰ ਬੂਰੀਆਂ ਕਰਤਾ, ਬੂਰੀਆਂ ਨੂੰ ਕਾਲਿਆਂ ਕਰਤਾ, ਕੁੰਡੀਆਂ ਨੂੰ ਲੰਮੇ ਸਿੰਘਾਂ ਵਾਲੀਆਂ ਤੇ ਲੰਮੇ ਸਿੰਘਾਂ ਵਾਲੀਆਂ ਕੁੰਡੀਆਂ ਕਰਤੀਆਂ। ਏਦਾਂ ਬਣਾਤਾ ਵੀ ਪਛਾਣ ਨਹੀਂ ਸਕੇ। ਸਿਮਰੇ ਕਰੇ ਸਹਾਇਤਾ ਬਹੁ ਤੂਰਨ ਸੰਗਾ। ਗੁਰੂ ਮਹਾਰਾਜ ਨੇ ਸਹਾਇਤਾ ਕੀਤੀ ਹੈ, ਭਾਈ ਬਿਧੀ ਚੰਦ ਦੀ ਜਾਨ ਵੀ ਬਚਾ ਲਈ ਹੈ ਪਿੰਡ ਵਾਲਿਆਂ ਤੋਂ। ਤਸਕਰ ਕੀ ਕ੍ਰਿਤ ਤਿਆਗ ਕੈ ਸ਼ਰਣੀ ਪਰ ਜਾਈ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਣੀ ਪੈ ਜਾ। ਬਾਬਾ ਅਦਲੀ ਜੀ ਕਹਿੰਦੇ ਹੁਣ ਚੋਰੀ ਦਾ ਕੰਮ ਛੱਡ ਦੇ ਤੇ ਗੁਰੂ ਦਾ ਸਿੱਖ ਬਣ ਜਾ। ਪ੍ਰਾਪਤ ਹੋਏ ਕਲਿਆਣ ਕੋ ਤੁਮ ਭਾਗ ਭਲਾਈ। ਤੇਰੇ ਭਾਗ ਚੰਗੇ ਆ, ਤੈਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦਾ ਪਤਾ ਲੱਗ ਗਿਆ। ਤੂੰ ਹੁਣ ਅੱਗੇ ਨੂੰ ਗੁਰੂ ਦਾ ਹੀ ਸਿੱਖ ਬਣ ਕੇ ਉਹਨਾਂ ਦੇ ਚਰਨਾਂ 'ਚ ਜੀਵਨ ਸਫਲਾ ਕਰ ਲੈ। ਤਬ ਮੈਂ ਸੁਨੇ ਉਪਦੇਸ਼ ਕੋ ਸਰ ਮਹਿਕ ਨਿਕਾਰੀ। ਤਾਂ ਉਸ ਵੇਲੇ ਮੈਂ ਬਾਬਾ ਅਦਲੀ ਜੀ ਦਾ ਉਪਦੇਸ਼ ਸੁਣ ਕੇ ਸਰੋਵਰ 'ਚੋਂ ਮੱਝਾਂ ਕੱਢੀਆਂ। ਧਰਮਸਾਲ ਸਿੱਖ ਸੰਤ ਕੋ ਦੀਨੀ ਤਬ ਸਾਰੀ। ਉਹ ਮੈਂ ਜਾ ਕੇ ਧਰਮਸ਼ਾਲਾ 'ਚ ਦੇਤੀਆਂ ਵੀ ਸਿੱਖਾਂ ਸੰਤਾਂ ਦੇ ਕੰਮ ਆਉਣਗੀਆਂ, ਦੁੱਧ ਪੀਣਗੇ ਸਾਧੂ। ਸਾਰੀਆਂ ਮੱਝਾਂ ਉੱਥੇ ਦੇ ਕੇ ਤੇ ਮੈਂ ਗੁਰੂ ਅਰਜਨ ਦੇਵ ਜੀ ਕੋਲ ਆ ਗਿਆ। ਬਿਨੈ ਬਿਖਾਨੀ ਦੀਨ ਹੋਇ ਅਦਲੀ ਸੰਕਲੀਨਾ। ਬਾਬੇ ਅਦਲੀ ਨੂੰ ਨਾਲ ਲਿਆ, ਬੇਨਤੀ ਕੀਤੀ ਤੁਸੀਂ ਮੇਰੇ ਨਾਲ ਚੱਲੋ ਤੇ ਮੇਰੀ ਸਿਫਾਰਿਸ਼ ਕਰੋ, ਮੈਨੂੰ ਗੁਰੂ ਦਾ ਸਿੱਖ ਬਣਾਓ। ਸੁਦਾ ਸਰੋਵਰ ਕੀ ਦਿਸ਼ਾ ਪ੍ਰਸਥਾਨੋ ਕੀਨਾ। ਉਥੋਂ ਚੋਲੇ ਸਾਹਿਬ ਦੇ ਇਲਾਕੇ, ਸਰਾਲੀ ਦੇ ਇਲਾਕੇ ਚੱਲ ਕੇ ਸ੍ਰੀ ਅੰਮ੍ਰਿਤਸਰ ਆ ਗਏ। ਦੋਹਰਾ ਲੇਕਰ ਅਦਲੀ ਸੰਗ ਮੈਂ ਗੁਰ ਮਹਿਮਾ ਉਰਤਾਰ। ਬਾਬੇ ਅਦਲੀ ਜੀ ਨੂੰ ਨਾਲ ਲੈ ਕੇ ਮੈਂ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਨੂੰ ਮਨ 'ਚ ਵਸਾਉਂਦਿਆਂ ਹੋਇਆਂ ਅਮੀਤਾਲ ਪਹੁੰਚਤ ਪਏ ਜਾਗੇ ਭਾਗੇ ਉਧਾਰ। ਸ੍ਰੀ ਅੰਮ੍ਰਿਤਸਰ ਪਹੁੰਚਿਆ, ਮੇਰੇ ਕਰਮ ਜਾਗ ਪਏ, ਮੱਥੇ ਦੇ ਭਾਗ ਜਾਗ ਪਏ। ਨਿਸ਼ਾਨੀ ਛੰਦ ਆਗੇ ਸ੍ਰੀ ਅਰਜਨ ਗੁਰੂ ਵਿੱਚ ਸਭਾ ਸੁਹਾਏ। ਅਗੇ ਮਹਾਰਾਜ ਦੀਵਾਨ ਲਾ ਕੇ ਬੈਠੇ ਹੋਏ ਸਨ ਪੰਜਵੇਂ ਪਾਤਸ਼ਾਹ। ਜਨ ਬ੍ਰਹਮਾ ਸੁਰ ਬ੍ਰਿੰਦ ਮਹਿ ਉਪਦੇਸ਼ ਅਲਾਏ। ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਨਾਮ ਬਾਣੀ ਦਾ, ਜਿਵੇਂ ਬ੍ਰਹਮਾ ਜੀ ਦੇਵਤਿਆਂ ਨੂੰ ਉਪਦੇਸ਼ ਦਿੰਦੇ ਹਨ। ਧਰੀ ਉਪਾਇਨ ਅਗਰ ਕੁਛ ਕਹਿ ਪਦ ਅਰਬਿੰਦਾ। ਮੈਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਕੁਝ ਭੇਟਾ ਕੌਡੀ ਦਮੜੀ ਰੱਖੀ ਤੇ ਚਰਨ ਫੜ ਲਏ। ਭਿਗ ਬੈਠਿਓ ਕਰ ਜੋਰ ਕੈ ਪਿਖ ਦਰਸ ਬਿਲੰਦਾ। ਮੈਂ ਹੱਥ ਜੋੜ ਕੇ ਬੈਠ ਗਿਆ ਤੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਅਦਲੀ ਨੇ ਸਭ ਵਾਰਤਾ ਗੁਰ ਨਿਕਟ ਸੁਨਾਈ। ਮੇਰੇ ਵਿਚੋਲੇ ਬਾਬਾ ਅਦਲੀ ਜੀ ਸਨ, ਉਹਨਾਂ ਨੇ ਗੁਰੂ ਸਾਹਿਬ ਕੋਲ ਸਾਰੀ ਵਾਰਤਾ ਹੱਥ ਜੋੜ ਕੇ ਦੱਸੀ। ਆਇਓ ਅਬ ਸਿੱਖ ਹੋਣ ਕੋ ਰਾਵਰ ਸ਼ਰਨਾਈ। ਮਹਾਰਾਜ ਇਹ ਨੌਜਵਾਨ ਤੁਹਾਡਾ ਸਿੱਖ ਬਣਨ ਲਈ ਆਇਆ, ਤੁਹਾਡੀ ਸ਼ਰਨ ਵਿੱਚ ਆਇਆ। ਰੱਖਿਆ ਕਦੀਰਕ ਜਾਣ ਕਰ ਜੁਗ ਲੋਕ ਮਝਾਰਾ। ਕਿਉਂਕਿ ਆਪ ਜੀ ਲੋਕ ਪਰਲੋਕ ਦੇ ਰਾਖੇ ਹੋ, ਇਸ ਕਰਕੇ ਤੁਹਾਡੀ ਸ਼ਰਨ ਵਿੱਚ ਆਇਆ। ਰਹਿਓ ਚਾਹ ਟਿਕ ਆਪ ਕੇ ਲਖ ਮੋਖ ਉਦਾਰਾ। ਇਹ ਤੁਹਾਡੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦਾ ਹੈ ਮਹਾਰਾਜ ਜੀ। ਸੁਨ ਬਿਨਤੀ ਗੁਰ ਦਿਆਨਿਦ ਬਹੁ ਭਏ ਪ੍ਰਸੰਨ। ਭਾਈ ਬਿਧੀ ਚੰਦ ਬਾਬੇ ਅਦਲੀ ਦੀ ਗੱਲ ਸੁਣ ਕੇ ਮਹਾਰਾਜ ਪ੍ਰਸੰਨ ਹੋਏ। ਪੰਚਮ ਪਾਤਸ਼ਾਹ ਜੀ ਚਰਨ ਅੰਮ੍ਰਿਤ ਮੁਖ ਹੋ ਦਿਓ ਕਰ ਸਿੱਖ ਅਨੰਨ। ਮੈਨੂੰ ਚਰਨਾਮਤ ਦੇ ਕੇ ਆਪਣਾ ਸਿੱਖ ਬਣਾ ਲਿਆ। ਉਪਦੇਸ਼ਿਓ ਸਤਨਾਮ ਕੋ ਸਿਮਰਨ ਦਿਨ ਰਹਿਣਾ। ਤੇ ਕਹਿਣ ਲੱਗੇ ਵੀ ਦਿਨ ਰਾਤ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ। ਕਰ ਲੀਨੋ ਮੁਝੇ ਆਪਨੋ ਕਰਨਾ ਰਸ ਨੈਣਾ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਮੇਰੀ ਬਾਂਹ ਫੜ ਲਈ, ਮੈਨੂੰ ਆਪਣਾ ਬਣਾ ਲਿਆ ਤੇ ਇਹ ਬਚਨ ਕੀਤੇ। ਚੋਰੀ ਤਿਆਗੋ ਅਬਹਿ ਤੇ ਆਛੇ ਮਗ ਚਾਲੋ। ਕਾਕਾ ਹੁਣ ਚੋਰੀ ਨਾ ਕਰਿਆ ਕਰ, ਚੰਗੇ ਰਾਹ ਤੁਰਿਆ ਕਰ। ਗੁਰੂ ਗਿਰਾ ਪਠੀਐ ਸੁਨੋ ਪ੍ਰਭ ਹਿਰਦੇ ਸਮਾਲੋ। ਗੁਰਬਾਣੀ ਪੜਿਆ ਕਰ ਤੇ ਨਾਮ ਜਪਿਆ ਕਰ। ਸੁਨ ਗੁਰ ਤੇ ਮੈਂ ਤਬ ਕਹਿਓ ਮੋਹਿ ਪਰਿਓ ਸੁਭਾਓ। ਮੈਂ ਬੇਨਤੀ ਕੀਤੀ ਗੁਰੂ ਜੀ, ਮੈਨੂੰ ਸੁਭਾਅ ਪੈ ਗਿਆ, ਆਦਤ ਪੈ ਗਈ, ਸੰਸਕਾਰ ਬਣ ਗਿਆ ਚੋਰੀ ਕਰਨ ਦਾ। ਛੜੈ ਨ ਚੋਰੀ ਚਹਿਤ ਚਿਤ ਇਹ ਸਾਚ ਲਾਉ। ਚਾਹੁੰਦਾ ਹਾਂ ਵੀ ਚੋਰੀ ਨਾ ਕਰਾਂ, ਪਰ ਮਹਾਰਾਜ
ਮੇਰੇ ਤੋਂ ਰੁਕਿਆ ਨਹੀਂ ਜਾਂਦਾ, ਹੋ ਜਾਂਦੀ ਹੈ ਚੋਰੀ। ਸੁਨ ਪ੍ਰਸੰਨ ਇਕ ਸੇ ਬਦਨ ਪੁਨ ਬਾਕ ਬਖਾਨਾ। ਸੁਣ ਕੇ ਹੱਸ ਪਏ ਮਹਾਰਾਜ ਤੇ ਬੋਲੇ ਪੰਜਵੇਂ ਪਾਤਸ਼ਾਹ, ਜੇ ਚੋਰੀ ਤੇ ਹਟਤ ਨਹਿ ਇਮ ਕਰੋ ਸੁਜਾਨਾ। ਜੇ ਤੂੰ ਚੋਰੀ ਤੋਂ ਨਹੀਂ ਹਟਦਾ ਤਾਂ ਫਿਰ ਇਸ ਤਰ੍ਹਾਂ ਕਰਿਆ ਕਰ। ਰੰਕ ਹੋਏ ਦੁਖ ਅਸਨ ਜਹ ਕੁਛ ਹਾਥ ਨ ਆਵੈ। ਤਾਂ ਫਿਰ ਜਿਹੜਾ ਬੰਦਾ ਕੋਈ ਬਾਹਲਾ ਗਰੀਬ ਹੋਵੇ, ਜਿਹਦੇ ਘਰ ਰੋਟੀ ਨਾ ਹੋਵੇ, ਤਿਸ ਹਿਤ ਕਰ ਉਪਕਾਰ ਕੋ ਅਚ ਕਰ ਤ੍ਰਿਪਤਾਵੈ। ਉਹ ਭੁੱਖੇ ਬੰਦੇ ਵਾਸਤੇ ਤੂੰ ਚੋਰੀ ਕਰ ਲਿਆ ਕਰ ਤੇ ਉਹਨੂੰ ਰੋਟੀ ਖਵਾ ਦਿਆ ਕਰ। ਅਧਿਕ ਧਨੀ ਕੋ ਤਨਕ ਧਨ ਲੈ ਆਵਹੁ ਦੀਜੈ। ਬਹੁਤੇ ਅਮੀਰ ਬੰਦਿਆਂ ਦਾ ਧਨ ਚੁਰਾ ਕੇ ਬਹੁਤ ਗਰੀਬ ਬੰਦਿਆਂ ਨੂੰ ਖਵਾ ਦਿਆ ਕਰ। ਜੇ ਤਿਆਗੀ ਨਹਿ ਜਾਏ ਕਥ ਤੋ ਇਸ ਬਿਦ ਕੀਜੈ। ਪਰ ਸਾਰਾ ਨਹੀਂ ਚੋਰੀ ਕਰਨੀ, ਜਿੰਨਾ ਪ੍ਰਸ਼ਾਦਾ ਹੈ ਉਹਨਾਂ ਲੋੜ ਮੁਤਾਬਕ ਚੁੱਕਣਾ, ਬਹੁਤਾ ਲਾਲਚ ਨਹੀਂ ਕਰਨਾ, ਆਪਣੇ ਲਈ ਚੋਰੀ ਨਹੀਂ ਕਰਨੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਛੱਡ ਨਹੀਂ ਸਕਦਾ ਤਾਂ ਇੰਨਾ ਨਿਯਮ ਕਰ ਲੈ। ਸੁਨ ਸਤਿਗੁਰ ਉਪਦੇਸ਼ ਕੋ ਮੈਂ ਧਾਰਨ ਕੀਨਾ। ਮਹਾਰਾਜ ਦਾ ਉਪਦੇਸ਼ ਸੁਣ ਕੇ ਬਾਬਾ ਬਿਧੀ ਚੰਦ ਜੀ ਕਹਿੰਦੇ ਮੈਂ ਧਾਰਨ ਕਰ ਲਿਆ। ਕੇਤਕ ਦਿਨ ਨਿਕਟੀ ਰਹਿਓ ਸੇਵਾ ਚਿਤ ਦੀਨਾ। ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਰਹਿਣ ਲੱਗ ਪਿਆ ਤੇ ਮੇਰੀ ਚੋਰੀ ਦੀ ਆਦਤ ਵੀ ਖਤਮ ਹੋ ਗਈ। ਉਹ ਤਾਂ ਖਿਆਲ ਹੀ ਨਹੀਂ ਆਉਂਦਾ। ਜਦੋਂ ਸਾਧ ਸੰਗਤ ਜੀ ਭਜਨ ਬਾਣੀ ਸੇਵਾ ਸਿਮਰਨ 'ਚ ਗੁਰੂ ਲਾ ਦਿੰਦਾ, ਫਿਰ ਤਾਂ ਆਪੇ ਹੀ ਹੌਲੇ ਮੈਲ ਉਤਰਦੀ ਰਹਿੰਦੀ ਹੈ ਤੇ ਬਦਲ ਦਿੰਦੇ ਸੱਚੇ ਪਾਤਸ਼ਾਹ ਜੀਵਨ। ਪਰ ਕਿਸੇ ਨਾਲ ਵੀ ਸਖਤੀ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜੁਗਤੀ ਤਰੀਕਾ ਢੰਗ ਆਉਂਦਾ, ਸਾਨੂੰ ਤਰੀਕਾ ਨਹੀਂ ਆਉਂਦਾ। ਜਿਵੇਂ ਸਿਆਣੇ ਡਾਕਟਰ ਨੂੰ ਪਤਾ ਹੁੰਦਾ ਵੀ ਕਿੰਨੀ ਦਵਾਈ ਦੇਵਾਂਗੇ ਤੇ ਬਚੇਗਾ, ਤੇ ਜ਼ਿਆਦਾ ਦੇ ਦਈਏ ਤੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ। ਸਤਿਗੁਰੂ ਜੀ ਨੂੰ ਪਤਾ ਵੀ ਇਹ ਕਿੱਦਾਂ ਇਹਦਾ ਭਲਾ ਹੋਵੇਗਾ। ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੂੰ ਸਿੱਖ ਬਣਾਇਆ। ਉਹ ਕਥਾ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੈ ਗੋਬਿੰਦ, ਹੈ ਗੋਪਾਲ।